ਹੈਲੋ ਸਟੂਡੈਂਟ, ਸਤਿ ਸ਼੍ਰੀ ਅਕਾਲ। ਮੈਂ ਅਮਨ ਚੁੱਗ ਅੱਜ ਫਿਰ ਹਾਜ਼ਰ ਹਾਂ ਤੁਹਾਡੇ ਨਾਲ ਅਗਲਾ ਲੈਕਚਰ ਲੈ ਕੇ। ਤੇ ਅੱਜ ਜਿਹੜਾ ਟੌਪਿਕ ਹੈ ਆਪਣਾ ਉਹ ਹੈ ਸਟੇਟਸ ਆਫ ਮੈਟਰ। ਪਿਛਲੇ ਲੈਕਚਰ 'ਤੇ ਕੁਝ ਵਧੀਆ ਰਿਸਪੌਂਸ ਨਹੀਂ ਲੱਗਿਆ ਮੈਨੂੰ, ਤਾਂ ਪਲੀਜ਼ ਸਟੂਡੈਂਟ ਜੇ ਵੀਡੀਓ ਵਧੀਆ ਲੱਗੇ ਤਾਂ ਪਲੀਜ਼ ਇਹਨੂੰ ਲਾਈਕ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਸ਼ੇਅਰ ਕਰਨਾ ਜ਼ਰੂਰ ਨਾ ਭੁੱਲਣਾ ਜੀ। ਠੀਕ ਹੈ ਜੀ। ਮੇਰਾ ਦੇਖੋ ਇੱਕੋ ਹੀ ਏਮ ਹੈ ਤੁਹਾਡੇ ਲਈ, ਜਿਹੜੀਆਂ ਵੀ ਲੈ ਕੇ ਆ ਰਿਹਾ ਲੈਕਚਰ ਇਹਦੇ 'ਚ ਮੈਨੂੰ ਇਹਦੇ ਤੋਂ ਕੁਛ ਨਹੀਂ ਮਿਲਣਾ, ਸਿਰਫ ਸਾਨੂੰ ਤੁਹਾਡੇ ਲਾਈਕ ਅਤੇ ਜਿੰਨਾ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਓਗੇ ਅਸੀਂ ਉਹਨੇ ਨਾਲ ਹੀ ਸੰਤੁਸ਼ਟ ਹੈਗੇ ਹਾਂ। ਠੀਕ ਹੈ ਜੀ। ਸਾਡਾ ਸਿਰਫ ਇੱਕੋ ਹੀ ਏਮ ਹੈ ਕਿ ਤੁਹਾਡੀ ਵੱਧ ਤੋਂ ਵੱਧ ਹੈਲਪ ਹੋ ਸਕੇ। ਈਟੀ ਦਾ ਪੇਪਰ ਆਉਣ ਵਾਲਾ ਹੈ, ਅੱਧਾ ਮਹੀਨਾ ਵੀ ਨਹੀਂ ਪਿੱਛੇ ਬਚਿਆ। ਠੀਕ ਹੈ। ਅਤੇ ਨਾਲ ਦੀ ਨਾਲ ਸਭ ਤੋਂ ਵੱਡੀ ਚੀਜ਼, ਅੱਜ ਸਾਰਿਆਂ ਨੂੰ ਟੀਚਰਸ ਡੇ ਦੀ ਐਡਵਾਂਸ ਵਿੱਚ ਮੁਬਾਰਕਾਂ। ਕੁਛ ਜਿਹੜੇ ਨੇ ਉਹ ਆਲਰੇਡੀ ਕਿਤੇ ਨਾ ਕਿਤੇ ਲੱਗੇ ਹੋਣਗੇ ਸਕੂਲਾਂ ਦੇ ਟੀਚਰ, ਅਤੇ ਕੁਛ ਜਿਹੜੇ ਆਉਣ ਵਾਲੇ ਆਪਣੇ ਹੁਣ ਨਿਕਲਣਗੇ ਈਟੀ ਦੇ ਪੇਪਰ ਵਿੱਚ, ਤਾਂ ਉਹਨਾਂ ਨੂੰ ਸਭ ਤੋਂ ਪਹਿਲਾਂ ਸ਼ੁਭ ਕਾਮਨਾਵਾਂ, ਹੈਪੀ ਟੀਚਰਸ ਡੇ। ਸੋ ਲੈਟਸ ਸਟਾਰਟ ਦਾ ਲੈਕਚਰ ਐਂਡ ਪਲੀਜ਼ ਆਈ ਅਗੇਨ ਰਿਕੁਐਸਟ ਲੈਕਚਰ ਨੂੰ ਸ਼ੇਅਰ ਕਰਨਾ ਨਾ ਭੁੱਲਣਾ। ਪਹਿਲਾ ਆਪਣੇ ਕੋਲ ਆ ਚੁੱਕਾ ਸਕਰੀਨ ਤੇ ਕੁਐਸਚਨ, ਵੈਨ ਆ ਕ੍ਰਿਸਟਲ ਆਫ ਪੋਟੈਸ਼ੀਅਮ ਪਰ ਮੈਗਨੇਟ। ਹੁਣ ਪੋਟੈਸ਼ੀਅਮ ਪਰ ਮੈਗਨੇਟ ਕੀ ਹੁੰਦਾ ਜਿਨ੍ਹਾਂ ਨੂੰ ਨਹੀਂ ਪਤਾ ਤਾਂ KMNO3 ਇਹਨੂੰ ਆਪਾਂ ਕਹਿੰਦੇ ਹਾਂ ਪੋਟੈਸ਼ੀਅਮ ਪਰ ਮੈਗਨੇਟ। ਠੀਕ ਹੈ। ਇਹ ਇੱਕ ਟਾਈਪ ਦਾ ਕੰਪਾਊਂਡ ਵੀ ਤੁਸੀਂ ਕਹਿ ਸਕਦੇ ਹੋ, ਜਾਂ ਤੁਸੀਂ ਕਹਿ ਸਕਦੇ ਹੋ ਇਹ ਇੱਕ ਟਾਈਪ ਦਾ ਕੈਟਾਲਿਸਟ ਵੀ ਹੈ। ਹੁਣ ਬੱਚੇ ਪੁੱਛਣਗੇ ਕੈਟਾਲਿਸਟ ਕੀ ਹੁੰਦਾ ਹੈ। ਕੈਟਾਲਿਸਟ ਹੁੰਦਾ ਜਿਹੜਾ ਰਿਐਕਸ਼ਨ ਦੀ ਸਪੀਡ ਨੂੰ ਵਧਾ ਦਿੰਦਾ ਹੈ, ਵਿਚ ਇਨਕਰੀਜ਼ਿਜ਼ ਦਾ ਸਪੀਡ ਆਫ ਰਿਐਕਸ਼ਨ। ਚਲੋ ਇਹਦੇ ਸਿੰਪਲ ਆਪਾਂ ਵੇਖਣਾ ਇਹਦਾ ਮੇਨ ਮਕਸਦ ਹੈ ਕਿ ਆਪਣੇ ਕੋਲ ਇੱਥੇ ਇਹਦੇ 'ਚ ਆਪਣੇ ਕੋਲ ਆ ਪੁੱਛਿਆ ਗਿਆ ਕਿ ਜਦੋਂ ਇਹਨੂੰ ਆਪਾਂ ਵਾਟਰ ਵਿੱਚ ਕੀ ਹੁੰਦਾ ਮਿਕਸ ਹੋ ਜਾਂਦਾ ਹੈ, ਤਾਂ ਇਹਦਾ ਜਿਹੜਾ ਰੰਗ ਹੈ ਪਰਪਲ ਕਲਰ, ਉਹ ਸਭ ਜਿਹੜਾ ਵਾਟਰ ਉਹਦੇ ਵਿੱਚ ਆਏ ਆਪਣੇ ਆਪ ਮਿਕਸ ਹੋ ਜਾਂਦਾ ਹੈ। ਉਹਦੇ ਪਿੱਛੇ ਕਿਹੜਾ ਪ੍ਰੋਸੈਸ ਰਿਸਪੋਂਸੀਬਲ ਹੈ? ਆਪਸ਼ਨ ਹੈ ਡਿਸਟਰੀਬਿਊਸ਼ਨ, ਇੰਟਰੂਜ਼ਨ, ਡਿਫਿਊਜ਼ਨ, ਈਫਿਊਜ਼ਨ। ਤਾਂ ਸਟੂਡੈਂਟ ਦਾ ਜਿਹੜਾ ਰਾਈਟ ਆਨਸਰ ਹੈ ਉਹ ਹੈ ਡਿਫਿਊਜ਼ਨ। ਠੀਕ ਹੈ ਜੀ। ਅਤੇ ਹਾਂ ਸਟੂਡੈਂਟ, ਇੱਕ ਬੱਚੇ ਦਾ ਪਿਛਲੇ ਲੈਕਚਰ ਦੇ ਵਿੱਚ ਰਿਸਪੌਂਸ ਆਇਆ ਸੀ, ਉਹਨੇ ਆਖਿਆ ਸੀ ਕਿ ਸਰ ਤੁਸੀਂ ਪੰਜਾਬੀ 'ਚ ਆਪਸ਼ਨ ਦਿਓ। ਬੇਟਾ ਸਿੰਪਲ ਜਿਹੀ ਚੀਜ਼ ਹੈ, ਮੈਂ ਇਹ ਲੈਕਚਰ ਮੋਬਾਈਲ ਤੋਂ ਲੈ ਰਿਹਾ, ਤਾਂ ਮੋਬਾਈਲ ਦੇ ਵਿੱਚ ਪੰਜਾਬੀ 'ਚ ਲਿਖਣਾ ਇਹਦੇ 'ਤੇ ਹੀ ਮੈਨੂੰ ਘੱਟ ਤੋਂ ਘੱਟ ਕਾਫੀ 1-2 ਆਵਰਸ ਦਾ ਟਾਈਮ ਲੱਗ ਜਾਂਦਾ ਹੈ। ਤਾਂ ਇੰਨਾ ਮੇਰੇ ਕੋਲ ਹੈ ਨਹੀਂ ਟਾਈਮ ਕਿ ਮੈਂ ਤੁਹਾਨੂੰ ਪੰਜਾਬੀ 'ਚ ਲਿਖ ਸਕਾਂ, ਇਸ ਕਰਕੇ ਮੈਂ ਲੈਕਚਰ ਪੰਜਾਬੀ ਮੀਡੀਅਮ ਵਿੱਚ ਹੀ ਲੈ ਰਿਹਾ। ਠੀਕ ਹੈ ਜੀ। ਨਹੀਂ ਤਾਂ ਮੈਂ ਇੰਗਲਿਸ਼ ਮੀਡੀਅਮ ਵਿੱਚ ਰੱਖਣੇ ਸੀ, ਮੈਂ ਪੰਜਾਬੀ ਮੀਡੀਅਮ ਐਸੇ ਕਰਕੇ ਰੱਖ ਰਿਹਾ ਤਾਂ ਕਿ ਤੁਹਾਨੂੰ ਪੰਜਾਬੀ ਦੇ ਵਿੱਚ ਨਾਲ ਦੇ ਨਾਲ ਐਕਸਪਲੇਨ ਹੋ ਜਾਵੇ, ਅਤੇ ਤੁਹਾਨੂੰ ਉੱਥੇ ਇੰਗਲਿਸ਼ ਵਿੱਚ ਵੀ ਆਪਸ਼ਨ ਆਉਣੀ ਹੈ ਜੀ। ਜੇ ਇੰਗਲਿਸ਼ ਵਿੱਚ ਆਪਸ਼ਨ ਪਤਾ ਹੈ ਤਾਂ ਪੰਜਾਬੀ ਤੋਂ ਤੁਸੀਂ ਆਪੇ ਟਿਕ ਲਾ ਸਕਦੇ ਹੋ। ਚਲੋ ਨੈਕਸਟ ਕੁਐਸਚਨ ਹੈ, ਵਿਚ ਵਨ ਆਫ ਦ ਫੋਲੋਇੰਗ ਸਟੇਟਮੈਂਟ ਇਜ਼ ਰਾਈਟ ਇਨ ਰਿਸਪੈਕਟ ਆਫ ਦਾ, ਇੱਥੇ ਇੱਕ ਟਰਮ ਲਿਖੀ ਹੈ F ਫੋਰ ਫਲੂਇਡਸ। ਤੁਸੀਂ ਜਸਟ ਇਹ ਪਹਿਚਾਨਣਾ ਹੈ ਆਪਾਂ ਕਿੰਨਾ ਸਟੇਟਸ ਆਫ ਮੈਟਰਸ ਨੂੰ ਫਲੂਇਡ ਆਖਦੇ ਹਾਂ। ਸੋਲਿਡ ਨੂੰ ਕਹਿੰਦੇ ਹਾਂ, ਲਿਕੁਇਡ ਨੂੰ ਕਹਿੰਦੇ ਹਾਂ, ਜਾਂ ਗੈਸ ਨੂੰ ਕਹਿੰਦੇ ਹਾਂ। ਤਾਂ ਇਹ ਆਪਸ਼ਨ ਹੈ ਓਨਲੀ ਗੈਸਿਸ ਬਿਹੇਵ ਐਜ਼ ਫਲੂਇਡਸ। ਸੈਕਿੰਡ ਹੈ ਸੋਲਿਡ ਅਤੇ ਗੈਸਿਸ। ਥਰਡ ਹੈ ਗੈਸਿਸ ਅਤੇ ਲਿਕੁਇਡ। ਅਤੇ ਡੀ ਹੈ ਆਪਣਾ ਲਿਕੁਇਡ ਆਰ ਫਲੂਇਡਸ, ਓਨਲੀ ਲਿਕੁਇਡ। ਠੀਕ ਹੈ। ਤਾਂ ਕੁਛ ਬੱਚੇ ਸੋਚਣਗੇ ਸਿਰਫ ਲਿਕੁਇਡ ਹੀ ਇੱਕ ਜਗ੍ਹਾ ਤੋਂ ਦੂਸਰੀ ਆਪੇ ਜਗ੍ਹਾ ਤੱਕ ਆ ਜਾਂਦੇ ਹਨ। ਸੋ ਸਟੂਡੈਂਟਸ ਇਹ ਆਨਸਰ ਰੋਂਗ ਹੈ। ਏਅਰ ਵੀ ਕੀ ਹੈ, ਇੱਕ ਜਗ੍ਹਾ ਤੋਂ ਦੂਸਰੀ ਥਾਂ 'ਤੇ ਪਾਰਟੀਕਲਸ ਮੂਵ ਹੁੰਦੇ ਆ, ਅਤੇ ਇਹਦਾ ਜਿਹੜਾ ਰਾਈਟ ਆਨਸਰ ਹੈ ਉਹ ਹੈ ਆਪਸ਼ਨ ਨੰਬਰ ਸੀ। ਠੀਕ ਹੈ ਸਟੂਡੈਂਟਸ, ਸੀ ਇਜ਼ ਦਾ ਰਾਈਟ ਆਨਸਰ। ਨੈਕਸਟ ਕੁਐਸਚਨ, A few substances are arranged in the increasing order of forces of attraction। ਕੁਝ ਸਬਸਟਾਂਸ ਦੀ ਐਗਜ਼ਾਮਪਲ ਲਿਖੀ ਹੋਈ ਹੈ ਨੀਚੇ ABCD ਆਪਸ਼ਨ ਦੇ ਵਿੱਚ। ਕਹਿੰਦੇ ਨੂੰ ਆਪਾਂ ਇੰਕਰੀਜ਼ਿੰਗ ਆਰਡਰ ਕਿਹਦੇ ਚਲਾਉਣਾ ਹੈ? ਫੋਰਸ ਆਫ ਅਟਰੈਕਸ਼ਨ ਦੇ ਬੇਸ 'ਤੇ। ਕਿ ਜਿਹੜੀ ਇਹਦੇ ਵਿੱਚ ਫੋਰਸ ਆਫ ਅਟਰੈਕਸ਼ਨਸ ਹੁੰਦੀਆਂ ਪਾਰਟੀਕਲਸ ਦੇ ਵਿੱਚ, ਉਹ ਕਿਹਦੀ ਸਭ ਤੋਂ ਵੱਧ ਆਪਾਂ ਨੂੰ ਪਤਾ ਹੈ ਸੋਲਿਡ ਦੀ ਸਭ ਤੋਂ ਵੱਧ ਹੈ, ਉਸ ਤੋਂ ਘੱਟ ਲਿਕੁਇਡ ਦੀ ਹੈ, ਅਤੇ ਸਭ ਤੋਂ ਘੱਟ ਕਿਹਦੀ ਹੈ? ਗੈਸਿਸ ਦੀ ਹੈ ਨਾ। ਤਾਂ ਇਹਨੇ ਤੁਸੀਂ ਉਹ ਸਬਸਟਾਂਸ ਵੇਖਣੇ ਨੇ ਕਿਹੜਾ ਸੋਲਿਡ ਹੈ, ਕਿਹੜਾ ਲਿਕੁਇਡ ਹੈ, ਅਤੇ ਕਿਹੜਾ ਏਅਰ ਵਗੈਰਾ ਹੈ। ਠੀਕ ਹੈ ਜੀ। ਤਾਂ ਸਿੰਪਲ ਜੀ ਹੈ, ਇੱਥੇ ਚੀਜ਼ ਕੁਛ ਨਹੀਂ ਹੈਗਾ ਇਹਦੇ ਵਿੱਚ। ਤਾਂ ਵੇਖੋ ਫਸਟ ਕੀ ਵਾਟਰ ਮਤਲਬ ਲਿਕੁਇਡ, ਫਿਰ ਉਹਨੇ ਲਿਖਿਆ ਪਹਿਲਾਂ ਲਿਕੁਇਡ ਲਿਖਤਾ, ਫਿਰ ਏਅਰ ਲਿਖਤੀ, ਫਿਰ ਵਿੰਡ ਲਿਖਤੀ। ਏਅਰ ਅਤੇ ਵਿੰਡ ਤਾਂ ਇੱਕੋ ਵਰਗੇ ਆ ਗਏ, ਇਹ ਤਾਂ ਆਪਸ਼ਨ ਹੀ ਰੋਂਗ ਹੋ ਗਈ। ਏਅਰ, ਸ਼ੂਗਰ, ਓਇਲ। ਏਅਰ ਮਤਲਬ ਹਵਾ, ਪਹਿਲਾਂ ਕਹਿੰਦਾ ਸਭ ਤੋਂ ਇੰਕਰੀਜ਼ਿੰਗ ਆਰਡਰ ਮਤਲਬ ਕੀ ਹੁੰਦਾ ਹੈ? ਵਧਦੇ 'ਤੇ। ਠੀਕ ਹੈ।
मतलब सब तो जिंदे च लैस है उन्होंने आप पहले नंबर ते रखांगे। एयर चलो ठीक है सब तो लैस होंगी मान लिया। शुगर तो सॉलिड है, सॉलिड उस बाद ऑयल लिक्विड पिछे लाता, ये तो रॉन्ग हो गया, ये भी ऑप्शन एलिमिनेट हो गया। सी ऑप्शन राइट है इतने मैंने लग रहा है। ऑक्सीजन मतलब हवा, वाटर मतलब पानी लिक्विड, शुगर मतलब सॉलिड, तो ये बिल्कुल ठीक है। सब तो लैस फोर्स ऑफ अट्रैक्शन गैसिस ਵਿੱਚ ਹੁੰਦੀ ਹੈ मतलब हवा ਵਿੱਚ ਹੁੰਦੀ ਹੈ, ਉਸ ਤੋਂ ਵੱਧ ਲਿਕੁਇਡ ਦੇ ਵਿੱਚ ਹੁੰਦੀ ਹੈ, ਤੇ ਸਭ ਤੋਂ ਹਾਈਅਰ ਸ਼ੂਗਰ ਦੇ ਵਿੱਚ ਹੁੰਦੀ ਹੈ, ਸੋਲਿਡ ਵਿੱਚ ਹੁੰਦੀ ਹੈ। ਨੈਕਸਟ ਕੁਐਸਚਨ ਹੈ in which of the following condition the distance between the molecules of hydrogen gas would increase। ਸਿੰਪਲ ਜੀ ਚੀਜ਼ ਹੈ, ਇਹਨਾਂ 'ਚੋਂ ਇੱਕ ਇਹੋ ਜਿਹੀ ਅਪਲਾਈ ਕਰੀਏ ਕੰਡੀਸ਼ਨ ਜਿਹੜੇ ਹਾਈਡਰੋਜਨ ਗੈਸ मतलब ਸਿੰਪਲ ਤੁਸੀਂ ਦੇਖੋ ਹਵਾ ਦੇ ਜਿਹੜੇ ਪਾਰਟੀਕਲਸ ਹੈ ਉਹ ਦੂਰ ਹੋ ਜਾਣ, ਉਹਨਾਂ ਦੇ ਡਿਸਟੈਂਸ ਵੱਧ ਜਾਵੇ। ਫਸਟ ਉਹਨੇ ਲਿਖਿਆ ਫਸਟ ਜਿਹੜੀ ਆਪਣੇ ਕੋਲ ਹੈਗੀ ਕੰਡੀਸ਼ਨ ਉਹ ਕੀ ਹੈ, ਇੰਕਰੀਜ਼ਿੰਗ ਪ੍ਰੈਸ਼ਰ। ਜੇ ਆਪਾਂ ਉਹਦੇ 'ਤੇ ਕੀ ਕਰ ਦਈਏ ਲਾ ਦਈਏ ਪ੍ਰੈਸ਼ਰ, ਤਾਂ ਸਿੰਪਲ ਜਿਹੀ ਚੀਜ਼ ਹੈ एयर ਤੇ ਜਦੋਂ ਲਾਵਾਂਗੇ ਪ੍ਰੈਸ਼ਰ ਤਾਂ ਉਹਦੇ ਪਾਰਟੀਕਲ ਨਜ਼ਦੀਕ ਆਉਂਦੇ ਆ, ਤਾਂ ਇਹ ਤਾਂ ਆਪਸ਼ਨ ਬਿਲਕੁਲ ਰੋਂਗ ਹੋ ਗਈ ਹੈ ਨਾ। ਸਮ ਹਾਈਡਰੋਜਨ ਗੈਸ ਲੀਕਿੰਗ ਆਊਟ ਆਫ ਦਾ ਕੰਟੇਨਰ, ਕਹਿੰਦੇ ਕੁਛ ਹਵਾ ਨੂੰ ਆਊਟਸਾਈਡ ਨਿਕਾਲ ਦਿਓ। ਸੋਚੋ ਜੇ ਮੰਨ ਲਓ ਹਵਾ ਆਪਣੇ ਕੋਲ ਕੁਛ ਅੱਗੇ ਪਈ ਸੀ, ਹਵਾ ਵਿੱਚੋਂ ਬਾਹਰ ਨਿਕਾਲ ਦਿੱਤੀ, ਤਾਂ ਮਤਲਬ ਪਾਰਟੀਕਲਸ ਲਈ ਜਿਹੜਾ ਸਪੇਸ ਉਹ ਕੀ ਹੋ ਗਿਆ, ਵੱਧ ਗਿਆ ਅੱਗੇ ਨਾਲੋਂ, ਤਾਂ ਪਾਰਟੀਕਲ ਦੇ ਜਿਹੜਾ ਡਿਸਟੈਂਸ ਉਹ ਵੀ ਕੀ ਕਰੇਗਾ, ਵੱਧ ਜਾਏਗਾ। ਸੈਕਿੰਡ ਤਾਂ ਆਪਸ਼ਨ ਰਾਈਟ ਹੈ। ਤਾਂ ਹੁਣ ਤੁਸੀਂ ਅੱਗੇ ਨਹੀਂ ਆਉਣਾ, ਪਹਿਲਾਂ ਵੇਖ ਲਓ ਫਸਟ ਆਪਸ਼ਨ ਤਾਂ ਉਡਾ ਦਿਓ, ਫਸਟ 'ਚ ਆਉਂਦਾ ਨਹੀਂ, ਸੈਕਿੰਡ ਇਹ ਵੀ ਉਡਾ ਦਿਓ, ਤਾਂ ਜਾਂ ਤਾਂ ਆਪਸ਼ਨ ਸੀ ਹੋਏਗੀ ਜਾਂ ਡੀ ਹੋਏਗੀ। ਹੁਣ ਆਪਾਂ ਅੱਗੇ ਵੇਖਦੇ ਹਾਂ ਅਗਲਾ ਕੀ ਲਿਖਦਾ ਹੈ, ਬਾਈ ਇੰਕਰੀਜ਼ਿੰਗ ਦਾ ਵੋਲਿਊਮ ਆਫ ਦਾ ਕੰਟੇਨਰ, ਮਤਲਬ ਜਿਹੜੀ ਦੇ ਵਿੱਚ ਆਪਣੇ ਕੋਲ ਹੈਗੀ ਏਅਰ ਉਹਦਾ ਜਿਹੜਾ ਵੋਲਿਊਮ ਹੈ ਅਮਾਊਂਟ ਹੈ ਕੀ ਕੀਤਾ ਆਪਾਂ ਇੰਕਰੀਜ਼ ਹੋ ਗਿਆ। ਜੇ ਅਮਾਊਂਟ ਇੰਕਰੀਜ਼ ਕੀਤਾ ਤਾਂ ਮਤਲਬ ਉਹਦਾ ਸਪੇਸ ਇੰਕਰੀਜ਼ ਕੀਤਾ ਮਤਲਬ, ਠੀਕ ਹੈ। ਅਮਾਊਂਟ ਕਿੰਦਾ ਇੰਕਰੀਜ਼ ਕੀਤਾ, ਜਿੰਦੇ ਵਿੱਚ ਉਹ ਹੈਗੀ ਹੈ, ਠੀਕ ਹੈ, ਉਸ ਬਿੱਕਰ ਦਾ ਵੋਲਿਊਮ ਇੰਕਰੀਜ਼ ਕੀਤਾ, ਮਤਲਬ ਹੁਣ ਪਾਰਟੀਕਲਸ ਹੋਰ ਕੀ ਆਸੇ ਪਾਸੇ ਹਿਲ ਜਾਣਗੇ ਤਾਂ ਡਿਸਟੈਂਸ ਵੱਧ ਜਾਏਗਾ। ਮਤਲਬ ਸੈਕਿੰਡ ਅਤੇ ਥਰਡ ਕੁਐਸਚਨ ਆਪਣੀ ਰਾਈਟ ਹੈ, ਤਾਂ ਓਬਵੀਅਸ ਹੈ ਜਿਹੜਾ ਫੋਰਥ ਉਹ ਨਹੀਂ ਹੋਏਗਾ, ਠੀਕ ਹੈ। ਜੇ ਐਕਸਪਲੇਨੇਸ਼ਨ ਵੇਖੀ ਜਾਵੇ ਤਾਂ ਦੇਖੋ ਐਡਿੰਗ ਮੋਰ ਹਾਈਡਰੋਜਨ, ਦੇਖੋ ਜੇ ਇੱਕ ਹੋਰ ਐਡ ਹੋ ਜਾਏਗੀ ਤਾਂ ਪਾਰਟੀਕਲਸ ਹੋਰ ਕੀ ਹੋ ਜਾਣਗੇ, ਨਜ਼ਦੀਕ ਹੋ ਜਾਣਗੇ, ਤਾਂ ਇਹ ਆਪਣਾ ਆਨਸਰ ਨਹੀਂ ਹੋ ਸਕਦਾ। ਤਾਂ ਆਪਣਾ ਆਨਸਰ ਹੈ ਆਪਸ਼ਨ ਨੰਬਰ ਸੀ, C is the right answer. Next question. Out of the following example of matter which can be termed as fluid ਕਿਹਨੂੰ ਆਖਾਂਗੇ ਹੁਣੇ ਕਿਆ, ਗੈਸਿਸ ਨੂੰ ਵੀ ਕਹਿੰਦੇ ਆ ਤੇ ਲਿਕੁਇਡਸ ਨੂੰ ਵੀ ਕਹਿੰਦੇ ਆ, ਜੋ ਮਰਜ਼ੀ ਹੋਵੇ। C4 ਕਾਰਬਨ ਇਟ ਇਜ਼ ਅ ਸੋਲਿਡ, ਸਲਫਰ ਇਹ ਵੀ ਸੋਲਿਡ, ਫਾਸਫੋਰਸ ਇਹ ਵੀ ਸੋਲਿਡ, ਆਪਾਂ ਨੂੰ ਪਤਾ ਆਕਸੀਜਨ ਏਅਰ ਹਵਾ, ਤਾਂ ਇਹ ਕੀ ਹੈ ਗੈਸ, ਸੋ ਇਟ ਇਜ਼ ਅ ਫਲੂਇਡ। ਨੈਕਸਟ ਕੁਐਸਚਨ, the best evidence for the existence and movement of particle in liquid was provided by dash। ਸਾਇੰਟਿਸਟ ਦਾ ਨਾਮ ਦੱਸੋ ਜਿਨ੍ਹਾਂ ਨੇ ਮੂਵਮੈਂਟ ਆਫ ਪਾਰਟੀਕਲਸ ਇਨ ਲਿਕੁਇਡ ਬਾਰੇ ਐਕਸਪਲੇਨ ਕੀਤਾ ਸੀ। ਤਾਂ ਸਿੰਪਲ ਜੈਨ ਦਾ ਆਨਸਰ ਹੈ ਰੋਬਰਟ ਬਰਾਊਨ। ਰੋਬਰਟ ਬਰਾਊਨ ਇੱਕ ਕਿਸੇ ਇਹਨਾਂ ਨੇ ਦਿੱਤਾ ਸੀ ਬਰਾਊਨੀਅਨ ਮੋਸ਼ਨ, ਇਹਨਾਂ ਨੇ ਕੀ ਐਕਸਪਲੇਨ ਕੀਤਾ ਸੀ, ਬਰਾਊਨੀਅਨ ਮੋਸ਼ਨ। ਉਹਦਾ ਮਤਲਬ ਕੀ ਹੁੰਦਾ ਹੈ, ਬਰਾਊਨੀਅਨ ਮੋਸ਼ਨ ਹੁੰਦਾ ਹੈ ਜ਼ਿਗਜ਼ੈਗ ਮੂਵਮੈਂਟ ਆਫ ਪਾਰਟੀਕਲਸ ਇਨ ਲਿਕੁਇਡ ਐਂਡ ਗੈਸਿਸ। ਸਭ ਤੋਂ ਵੱਧ ਕਿਹਦੇ 'ਚ ਹੁੰਦੀ ਹੈ, ਹਵਾ ਦੇ ਵਿੱਚ, ਹੈ ਨਾ। ਤਾਂ ਜਿਹੜੇ ਹਵਾ 'ਚ ਪਾਰਟੀਕਲ ਇੱਧਰ ਉੱਧਰ ਆਪਣੇ ਆਪ ਕੀ ਕਰਦੇ ਨੇ, ਸਪੀਡ ਕਾਫੀ ਸਪੀਡ ਨਾਲ ਐਨਰਜੀ ਨਾਲ ਮੂਵਮੈਂਟ ਹੁੰਦੀ ਹੈ, ਉਹਨੂੰ ਆਪਾਂ ਕਹਿੰਦੇ ਹਾਂ ਬਰਾਊਨੀਅਨ ਮੋਸ਼ਨ। ਇੱਕ ਕਿਹੜੇ ਸਾਇੰਟਿਸਟ ਨੇ ਦਿੱਤੀ ਸੀ ਟਰਮ, ਰੋਬਰਟ ਬਰਾਊਨ ਨੇ ਦਿੱਤੀ ਸੀ, ਤਾਂ ਇਸ ਕਰਕੇ ਇਹਦਾ ਆਨਸਰ ਹੈ ਰੋਬਰਟ ਬਰਾਊਨ। ਨੈਕਸਟ ਕੁਐਸਚਨ ਹੈ ਆ ਫੋਰਮ ਆਫ ਮੈਟਰ ਵਿਚ ਹੈਜ਼ ਨੋ ਫਿਕਸਡ ਸ਼ੇਪ ਬਟ ਫਿਕਸਡ ਵੋਲਿਊਮ। ਦੇਖੋ ਇਹ ਤਾਂ ਈਜ਼ੀ ਜਿਹਾ, ਮੇਰੇ ਖਿਆਲ ਤੁਹਾਨੂੰ ਇਹਦਾ ਆਨਸਰ ਆਉਂਦਾ ਹੀ ਹੋਏਗਾ। ਸੋ ਆਪਣੇ ਕੋਲ ਆਪਸ਼ਨ ਨੇ ਇਹਦੇ ਵਿੱਚ ਰਿਪਟੋਨ, ਆਪਾਂ ਨੂੰ ਪਤਾ ਇਹ ਤਾਂ ਏਅਰ ਹੈ। ਹੁਣ ਪਹਿਲਾਂ ਤੁਸੀਂ ਸੋਚਣਾ ਨੋ ਫਿਕਸਡ ਸ਼ੇਪ, ਸ਼ੇਪ ਜਿੰਦੀ ਫਿਕਸ ਨਹੀਂ ਬਟ ਫਿਕਸਡ ਕੀ ਹੈ ਹੁੰਦਾ, ਵੋਲਿਊਮ ਅਮਾਊਂਟ ਹੁੰਦਾ ਫਿਕਸ ਹੈ, ਉਹ ਹੁੰਦੇ ਲਿਕੁਇਡਸ। ਲਿਕੁਇਡ ਹੈ ਫਿਕਸਡ ਵੋਲਿਊਮ ਬਟ ਨੋ ਫਿਕਸਡ ਸ਼ੇਪ। ਜਿਸ ਵੀ ਕੰਟੇਨਰ ਵਿੱਚ ਰੱਖੋਗੇ ਜੋ ਉਹਦੀ ਸ਼ੇਪ ਹੋਏਗੀ ਲਿਕੁਇਡ ਉਹਦੀ ਸ਼ੇਪ ਵਿੱਚ ਹੀ ਆ ਜਾਂਦਾ ਹੈ ਨਾ। ਤਾਂ ਦੇਖੋ ਇਹਦੇ 'ਚ ਆ ਵੀ ਸੋਲਿਡ ਹੈ, ਇਹ ਗੈਸ ਹੈ, ਫਸਟ ਵਾਲੀ ਵੀ ਗੈਸ ਹੈ, ਤਾਂ ਇੱਕ ਹੀ ਲਿਕੁਇਡ ਆਪਸ਼ਨ ਹੈ ਦੈਟ ਇਜ਼ ਪੈਟਰੋਲੀਅਮ, ਜਿੱਥੋਂ ਨਿਕਲਦਾ ਦੈਟ ਇਜ਼ ਕੈਰੋਸਿਨ, ਕੱਚਾ ਤੇਲ, ਠੀਕ ਹੈ। ਜੇ ਕਿਸੇ ਨੂੰ ਪੰਜਾਬੀ 'ਚ ਵੇਖਣਾ ਤਾਂ ਉਹਦਾ ਆਨਸਰ ਹੈ ਕੱਚਾ ਆਇਲ, ਤੇਲ। ਨੈਕਸਟ ਕੁਐਸਚਨ, ਵਿਚ ਆਫ ਦਾ ਫੋਲੋਇੰਗ ਸਟੇਟਮੈਂਟ ਇਜ਼ ਇਨਕੋਰੈਕਟ, ਹੈ ਜੇ ਇੱਕ ਸਟੇਟਮੈਂਟ ਰੋਂਗ ਹੈ। ਪਾਰਟੀਕਲਸ ਆਰ ਵੈਰੀ ਸਮॉल, ਬਿਲਕੁਲ ਠੀਕ। ਪਾਰਟੀਕਲਸ ਆਫ ਮੈਟਰ ਅਟਰੈਕਟ ਵਨ ਅਦਰ, ਠੀਕ। ਪਾਰਟੀਕਲਸ ਆਫ ਸਮ ਆਫ ਦਾ ਮੈਟਰ ਆਰ ਮੂਵਿੰਗ ਕੌਨਸਟੈਂਟਲੀ, ਇੱਥੇ ਡਾਊਟ ਲੱਗ ਰਿਹਾ। ਸਮ ਆਫ ਦਾ ਮੈਟਰ ਆਰ ਮੂਵਿੰਗ ਕੌਨਸਟੈਂਟਲੀ,
ਬਟ ਜਿਹੜੇ ਸੋਲਿਡਸ ਨੇ ਉਹਨਾਂ ਦਾ ਪਾਰਟੀਕਲ ਮੂਵ ਹੀ ਨਹੀਂ ਕਰਦੇ, ਉਹਨਾਂ 'ਚ ਕੀ ਹੁੰਦੇ ਨੇ, ਵਾਈਬ੍ਰੇਟ ਹੁੰਦੇ ਆ। ਸੋਲਿਡ ਦੇ ਵਿੱਚ ਪਾਰਟੀਕਲ ਕੀ ਹੁੰਦੇ ਨੇ, ਵਾਈਬ੍ਰੇਟ ਹੁੰਦੇ ਨੇ, ਮੂਵ ਨਹੀਂ ਕਰਦੇ। ਇਸ ਕਰਕੇ ਆਪਸ਼ਨ ਨੰਬਰ ਸੀ ਇੱਥੇ ਇਨਕੋਰੈਕਟ ਆਨਸਰ ਹੈ। ਜੇ ਅੱਗੇ ਵੇਖੀ ਡੀ ਕੀ ਸੀ, ਪਾਰਟੀਕਲ ਹੈਵ ਸਪੇਸਿਸ, ਬਿਲਕੁਲ ਭਾਵੇਂ ਆਪਾਂ ਗੱਲ ਕਰੀਏ ਸੋਲਿਡਸ ਦੀ, ਉਹਨਾਂ ਵਿੱਚ ਵੀ ਕੀ ਹੁੰਦੇ ਨੇ, ਸਪੇਸਿਸ ਹੁੰਦੇ ਆ। ਠੀਕ ਹੈ। ਨੈਕਸਟ ਕੁਐਸਚਨ ਹੈ ਕਿ ਇੱਕ ਦੇਖੋ ਇਹ ਐਕਸਪੈਰੀਮੈਂਟ ਹੈ ਆਪਣੇ ਕੋਲ, ਜਦੋਂ ਵੀ ਆਪਾਂ ਐਨਸੀਆਰ ਦੀ ਬੁੱਕ ਉਠਾਉਂਦੇ ਹਾਂ ਫਸਟ ਜਿਹੜੇ ਐਕਸਪੈਰੀਮੈਂਟ ਆਉਂਦਾ ਹੈ ਉਹਦੇ 'ਚ ਕੀ ਹੈ, ਉੱਪਰਲੇ ਡੱਬੇ 'ਚ ਆਪਾਂ 에ਅਰ ਰੱਖੀ ਹੋਈ ਹੈ, ਠੀਕ ਹੈ, ਅਤੇ ਨਿਚਲੇ ਡੱਬੇ 'ਚ ਆਪਾਂ Br2 ਗੈਸ ਰੱਖੀ ਹੈ ਜਿਹਦਾ ਨਾਮ ਹੈ ਬ੍ਰੋਮੀਨ ਗੈਸ, ਜਿਹਦਾ ਰੰਗ ਕਿਹੜਾ ਹੁੰਦਾ ਹੈ, ਰੈੱਡ ਬਰਾਊਨ। ਕਹਿੰਦੇ ਜੇ ਇਹਦੇ ਵਿੱਚੋਂ ਆਪਾਂ ਆ ਜਿਹੜਾ ਲਿਡ ਹੈ ਇਹਨੂੰ ਨਿਕਾਲ ਦਈਏ ਤਾਂ ਆ ਜਿਹੜਾ Br2 ਇਹ ਉੱਪਰ ਆ ਜਾਂਦਾ ਆਪਣੇ ਆਪ ਬਿਨਾਂ ਹਿਲਾਏ। ਉਹਦਾ ਰੀਜ਼ਨ ਕੀ ਹੈ? ਤਾਂ ਆਪਸ਼ਨ ਨੇ ਆਪਣੇ ਕੋਲ 에ਅਰ ਇਜ਼ ਹੈਵੀਅਰ ਦੈਨ ਬ੍ਰੋਮੀਨ। ਦੇਖੋ ਸਿੰਪਲ ਜਿਹੀ ਚੀਜ਼ ਹੈ, ਇਹਦਾ ਆਪਸ਼ਨ ਤੁਸੀਂ ਉਸ ਅਕੋਰਡਿੰਗ ਸੋਚਣਾ ਹੈ ਕਿ ਇੱਕ ਚੀਜ਼ ਹੁੰਦੀ ਹੈ ਜਿਹੜੀ ਚੀਜ਼ ਹਲਕੀ ਉਹ ਹਮੇਸ਼ਾ ਉੱਪਰ ਨੂੰ ਉੱਠਦੀ ਹੈ, ਠੀਕ ਹੈ, ਹਲਕੀ ਚੀਜ਼ ਉੱਪਰ ਨੂੰ ਉੱਠਦੀ ਹੈ, ਤਾਂ 에ਅਰ ਤਾਂ ਹੈਵੀ ਹੋ ਹੀ ਨਹੀਂ ਸਕਦੀ, 에ਅਰ ਤਾਂ ਉੱਪਰ ਹੈ, ਤਾਂ ਇਹ ਤਾਂ ਆਨਸਰ ਬਿਲਕੁਲ ਰੋਂਗ ਹੋ ਗਿਆ। ਸੈਕਿੰਡ ਲਿਖਿਆ 에ਅਰ ਦੀ ਤੇ ਬ੍ਰੋਮੀਨ ਦੀ ਸੇਮ ਡੈਂਸਿਟੀ ਹੈ, ਉਹਨੇ ਕਿਹਾ 에ਅਰ ਤਾਂ ਹਲਕੀ ਹੈ, ਹਲਕਾ ਸਬਸਟਾਂਸ ਉੱਪਰ ਹੁੰਦਾ ਹੈ, ਹੈਵੀ ਸਬਸਟਾਂਸ ਨੀਚੇ ਹੁੰਦਾ ਹੈ। ਤਾਂ ਲਾਸਟ ਲਿਖਿਆ ਹੈ ਸੀ ਆਪਸ਼ਨ, ਸੌਰੀ, ਬ੍ਰੋਮੀਨ ਇਜ਼ ਹੈਵੀਅਰ ਦੈਨ 에ਅਰ, ਇਹ ਚੀਜ਼ ਠੀਕ ਲਿਖੀ ਹੈ। ਲਾਸਟ ਆਪਸ਼ਨ ਕੀ ਹੈ, ਬ੍ਰੋਮੀਨ ਕੈਨ ਨੋਟ ਬੀ ਹੈਵੀਅਰ ਦੈਨ 에ਅਰ ਬਿਕੋਜ਼ ਇਹ ਉੱਪਰ ਨੂੰ ਮੂਵ ਕਰ ਰਹੀ ਹੈ, ਇੱਦਾਂ ਤਾਂ ਕੋਈ ਨਹੀਂ ਹੁੰਦਾ ਹੈ ਨਾ। ਤਾਂ ਤੁਹਾਨੂੰ ਸਿੰਪਲ ਜਿਹੜੀ ਚੀਜ਼ ਐਕਸਪਲੇਨ ਕੀਤੀ ਹੈ ਇਹ ਆਨਸਰ ਹੈ ਸੀ ਆਪਸ਼ਨ, ਕਿ ਜਿਹੜੀ ਚੀਜ਼ ਹਲਕੀ ਹੈ ਉਹ ਹਮੇਸ਼ਾ ਉੱਪਰ ਉੱਠ ਜਾਂਦੀ ਹੈ। ਹਵਾ ਵੈਸੇ ਕਰਕੇ ਹਵਾ 'ਚ ਉੱਪਰ ਵੱਲ ਨੂੰ ਹੈ, ਕਿਉਂ, ਹਵਾ ਹਲਕੀ ਹੁੰਦੀ ਹੈ। ਪਾਰਟੀਕਲਸ ਹੈਵੀ ਨੇ, ਪਾਰਟੀਕਲਸ ਕਿੱਥੇ ਰਹਿੰਦੇ, ਨੀਚੇ ਰਹਿੰਦੇ, ਤਾਂ ਆਪਸ਼ਨ ਸੀ ਰਾਈਟ ਆਨਸਰ। ਨੈਕਸਟ ਕੁਐਸਚਨ ਹੈ, ਦੇਖੋ ਆਯੂ ਐਕਸਪੈਰੀਮੈਂਟ ਦਾ ਇੱਕ ਹੋਰ ਆਪਣੇ ਕੋਲ ਆ ਗਿਆ। ਕਹਿੰਦਾ ਆਯੂ ਐਕਸਪੈਰੀਮੈਂਟ ਦੇ ਵਿੱਚ 에ਅਰ ਦੇ ਵਿੱਚ ਜਿਹੜਾ ਨਿਚਲੀ Br2 ਗੈਸ ਸੀ ਉਹ ਮਿਕਸ ਆਪਣੇ ਆਪ ਹੋ ਗਈ ਅੰਦਰ। ਇੱਥੋਂ ਤੁਹਾਨੂੰ ਕੀ ਪਤਾ ਲੱਗਦਾ ਹੈ, ਇਸ ਐਕਸਪੈਰੀਮੈਂਟ ਤੋਂ ਕੀ ਚੀਜ਼ ਓਬਜ਼ਰਵ ਕੀਤੀ ਤੁਸੀਂ? ਤਾਂ ਨਾਲੇ ਆਪਸ਼ਨ ਦੇਖੋ ਕੀ ਹੈ, ਵਿਚ ਆਫ ਦਾ ਫੋਲੋਇੰਗ ਕਨਕਲੂਜਨ ਓਬਟੇਨ ਫਰੋਮ ਦਿਸ ਓਬਜ਼ਰਵੇਸ਼ਨ ਇਜ਼ ਰੋਂਗ। ਇਹਨਾਂ 'ਚੋਂ ਇੱਕ ਚੀਜ਼ ਨਹੀਂ ਹੁੰਦੀ, ਤਾਂ ਆਪਾਂ ਵੇਖਦੇ ਹਾਂ ਕਿਹੜੀ ਨਹੀਂ ਹੁੰਦੀ। ਹਟਾ ਦਈਏ ਇਹਨੂੰ ਪਹਿਲਾਂ। ਫਸਟ ਹੈ ਆਪਣੇ ਕੋਲ ਬ੍ਰੋਮੀਨ ਦੇ ਵੇਪਰ ਇਜ਼ ਮੇਡ ਅਪ ਆਫ ਸਮੋਲ ਪਾਰਟੀਕਲਸ ਵਿਚ ਆਰ ਮੂਵਿੰਗ, ਬਿਲਕੁਲ ਠੀਕ। 에ਅਰ ਇਜ਼ ਮੇਡ ਆਫ ਸਮੋਲ ਪਾਰਟੀਕਲਸ ਵਿਚ ਆਰ ਮੂਵਿੰਗ, ਬਿਲਕੁਲ ਠੀਕ। ਪਾਰਟੀਕਲਸ ਆਫ ਬ੍ਰੋਮੀਨ ਆਰ ਮੂਵਿੰਗ ਬਟ ਦੋਜ਼ ਆਫ 에ਅਰ ਇਜ਼ ਨੋਟ ਮੂਵਿੰਗ, ਇਹ ਹੋ ਸਕਦਾ ਠੀਕ ਹੋਵੇ, ਹੋ ਸਕਦਾ ਨਾ ਹੋਵੇ। ਤੇ ਲਾਸਟ ਆਪਸ਼ਨ ਕੀ ਹੈ, ਈਵਨ ਦੋ ਬ੍ਰੋਮੀਨ ਵੈਪਰ ਇਜ਼ ਹੈਵੀਅਰ ਦੈਨ 에ਅਰ ਇਟ ਕੈਨ ਮੂਵ ਅਪ ਅਗੇਂਸਟ ਦਾ ਗ੍ਰੈਵਿਟੀ, ਬਿਲਕੁਲ। ਹਾਲਾਂਕਿ ਉਹ ਹੈਵੀ ਵੀ ਫਿਰ ਵੀ ਉਹ ਉੱਪਰ ਵੱਲ ਨੂੰ ਉੱਠ ਰਹੇ ਨੇ, ਕਿਉਂ, ਬਿਕੋਜ਼ ਆਫ ਦਾ ਪ੍ਰੋਸੈਸ ਆਫ ਡਿਫਿਊਜ਼ਨ, ਹੈ ਨਾ। ਇੱਥੇ ਇੱਕ ਨਿਊ ਟਰਮ ਆ ਰਹੀ, ਡਿਫਿਊਜ਼ਨ ਕੀ ਹੁੰਦੀ ਹੈ, ਹੁਣ ਬੱਚੇ ਪੁੱਛਣਗੇ ਕਈ। ਤਾਂ ਡਿਫਿਊਜ਼ਨ ਇੱਕ ਪ੍ਰੋਸੈਸ ਹੈ ਜਿਹਦੇ ਵਿੱਚ ਕੀ ਹੁੰਦਾ ਹੈ, ਪਾਰਟੀਕਲਸ ਇੱਕ ਜਗ੍ਹਾ ਤੋਂ ਦੂਸਰੀ ਸਪੇਸ ਦੇ ਵਿੱਚ ਆਉਂਦੇ ਨੇ, ਠੀਕ ਹੈ। ਪਾਰਟੀਕਲਸ ਮੂਵ ਫਰੋਮ ਵਨ ਪਲੇਸ ਟੂ ਅਨਦਰ, ਉਹਨੂੰ ਆਪਾਂ ਕਹਿੰਦੇ ਡਿਫਿਊਜ਼ਨ। ਤਾਂ ਆਪਸ਼ਨ ਸੀ ਇੱਥੇ ਰਾਈਟ ਆਪਸ਼ਨ ਹੈ, ਕਿਉਂ, ਪਾਰਟੀਕਲਸ ਕਹਿੰਦੇ ਸਿਰਫ ਜਿਹੜੀ ਨਿਚਲੀ ਗੈਸ ਹੈ Br2 ਦੇ ਉਹਦੇ ਮੂਵ ਕਰਨਗੇ, 에ਅਰ ਦੇ ਮੂਵ ਨਹੀਂ ਹੁੰਦੇ। ਆਪਾਂ ਨੂੰ ਤਾਂ ਪਤਾ ਹੈ 에ਅਰ ਦੇ ਪਾਰਟੀਕਲ ਤਾਂ ਸਭ ਤੋਂ ਵੱਧ ਸਪੀਡ ਨਾਲ ਹੁੰਦੇ ਮੂਵ, ਹੈ ਨਾ। ਤਾਂ ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਨੈਕਸਟ ਕੁਐਸਚਨ ਹੈ, ਵਿਚ ਵਨ ਆਫ ਦਾ ਫੋਲੋਇੰਗ ਸਟੇਟਮੈਂਟ ਇਜ਼ ਨੋਟ ਟਰੂ। ਇੱਕ ਚੀਜ਼ ਇਹਨਾਂ 'ਚ ਰੋਂਗ ਹੈ। ਫਸਟ ਆਪਸ਼ਨ ਹੈ ਦ ਮੋਲੀਕਿਊਲਸ ਇਨ ਅ ਸੋਲਿਡ ਵਾਈਬਰੇਟ ਅਬਾਊਟ ਅ ਫਿਕਸ ਪੋਜੀਸ਼ਨ, ਬਿਲਕੁਲ ਠੀਕ। ਸੋਲਿਡ ਪਾਰਟੀਕਲਸ ਦੇ ਮੋਲੀਕਿਊਲ ਹਿਲਦੇ ਨਹੀਂ, ਸਿਰਫ ਵਾਈਬਰੇਟ ਹੁੰਦੇ ਆ। ਮੋਲੀਕਿਊਲਸ ਆਫ ਦ ਲਿਕੁਇਡ ਆਰ ਅਰੇਂਜ ਇਨ ਰੈਗੂਲਰ ਪੈਟਰਨ, ਲੋ ਜੀ ਇੱਥੇ ਰੋਂਗ ਹੋ ਗਿਆ, ਅੱਗੇ ਨਹੀਂ ਵਧਣਾ, ਠੀਕ ਹੈ। ਪੇਪਰ ਦੇ ਵਿੱਚ ਆਪਾਂ ਆਪਦਾ ਆਪਣੇ ਕੋਲ ਲਿਮਿਟ ਹੁੰਦੀ ਹੈ ਕਿ ਆਪਾਂ ਇੰਨੇ ਮਿੰਟਾਂ 'ਚ ਇੰਨੇ ਜਿੰਨੇ ਵੀ ਆਉਂਦੇ 100 ਕੁਐਸਚਨ ਅਟੈਂਪਟ ਕਰਨੇ ਨੇ। ਤਾਂ ਦੇਖੋ 100 ਕੁਐਸਚਨ 100 ਮਿੰਟ 'ਚ ਹੋਣਗੇ, ਤਾਂ ਬਾਕੀ ਜਿਹੜੇ 20 ਮਿੰਟ ਬਚਣਗੇ ਜਾਂ ਜੋ ਵੀ ਟਾਈਮ ਪਿੱਛੇ ਤੁਹਾਡੇ ਕੋਲ ਐਕਸਟਰਾ ਬਚੇਗਾ ਤੁਸੀਂ ਉਹਦੇ 'ਚ OMR ਵੀ ਖੋਣੀ ਹੈ, ਠੀਕ ਹੈ। OMR ਲਿਖਣੀ ਜਾਂ ਥੋੜ੍ਹਾ ਸਾ ਆਰਾਮ ਨਾਲ ਵੇਖਣਾ, ਇਹ ਨਾ ਹੋਵੇ ਫਟਾਫਟ ਆਨਸਰ ਆਉਂਦੇ ਹੁਣ OMR 'ਚ ਕੁਛ ਹੋਰ ਤੁਸੀਂ ਲਿਖ ਆਓ। ਤਾਂ ਸਟੂਡੈਂਟਸ ਜਿੱਥੇ ਆਨਸਰ ਮਿਲ ਗਿਆ ਉੱਥੇ ਰੁਕ ਜਾਓ, ਅਗਲੀ ਆਪਸ਼ਨ ਵੇਖਣ ਦੀ ਲੋੜ ਨਹੀਂ। ਜੇ ਤੁਸੀਂ ਐਕੂਰੇਸੀ ਹੈਗੀ ਹੈ ਤੁਹਾਡੀ, ਤੁਹਾਨੂੰ ਲੱਗਦਾ ਕਿ ਹਾਂ ਮੈਂ ਜਿਹੜਾ ਟਿਕ ਲਾਇਆ ਠੀਕ ਹੈ, ਤਾਂ ਆਪਸ਼ਨ ਬੀ ਇੱਥੇ ਕੀ ਹੈ, ਰੋਂਗ ਆਨਸਰ ਸੀ। ਨੈਕਸਟ ਕੁਐਸਚਨ ਹੈ, ਵਿਚ ਆਫ ਦ ਫੋਲੋਇੰਗ ਆਰ ਕੰਸੀਡਰਡ ਟੂ ਬੀ ਸਟੇਟਸ ਆਫ ਮੈਟਰ। ਦੇਖੋ ਤੁਹਾਨੂੰ ਸਮਝਾਈਆਂ ਹੋਣਗੀਆਂ, ਸੋਲਿਡ ਸਟੇਟ ਹੁੰਦੀ ਹੈ, ਲਿਕੁਇਡ ਸਟੇਟ ਹੁੰਦੀ ਹੈ, ਅਤੇ ਹਵਾ ਹੁੰਦੀ ਹੈ ਨਾ। ਇਸ ਤੋਂ ਇਲਾਵਾ ਵੀ ਦੋ ਹੁੰਦੀਆਂ ਨੇ ਸਟੇਟਸ। ਤਾਂ ਆਪਸ਼ਨ ਨੇ ਫਸਟ ਹੈਗੀ ਹੈ ਪਲਾਜ਼ਮਾ, ਸੈਕਿੰਡ ਪਲੇਟਲੈਟਸ, ਸੀ BEC, ਫੋਰਥ BHC।
ਤਾਂ ਸਟੂਡੈਂਟ ਜਿਨ੍ਹਾਂ ਨੇ ਇਹ ਟੌਪਿਕ ਨਹੀਂ ਕੀਤਾ ਤਾਂ ਉਹਨਾਂ ਲਈ ਆਨਸਰ ਮੈਂ ਤੁਹਾਨੂੰ ਦੱਸ ਦਿਆਂ, ਆਹ ਦੋ ਜਿਹੜੀਆਂ ਦੋ ਹੋਰ ਨੇ ਇਹ ਕੀ ਨੇ, ਸਟੇਟਸ ਆਫ ਮੈਟਰ ਵੀ ਹੁੰਦੀਆਂ ਨੇ। ਠੀਕ ਹੈ, ਤਾਂ ਇਹਦੇ 'ਚ ਆਏਗਾ ਫਸਟ ਐਂਡ ਥਰਡ ਸੀ ਆਪਸ਼ਨ। ਹੁਣ ਲੋਕਾਂ ਨੂੰ ਪਤਾ ਹੋਏਗਾ ਕਿ ਪਲਾਜ਼ਮਾ ਕੀ ਹੁੰਦਾ ਹੈ, ਉਹ ਕੀ ਹੈ, ਲਿਕੁਇਡ ਅਤੇ ਏਅਰ ਨੂੰ ਜਦੋਂ ਮਿਕਸ ਕਰ ਦਿੱਤਾ ਉਹ ਜਿਹੜੀ ਬਣਦੀ ਹੈ ਸਟੇਟ ਉਹਨੂੰ ਕਹਿੰਦੇ ਆ ਪਲਾਜ਼ਮਾ। ਇੱਕ ਹੁੰਦੀ BEC, ਬੀਸ ਨੂੰ ਆਪਾਂ ਕਹਿੰਦੇ ਆ ਬੋਸ ਆਇਨਸਟਾਈਨ ਕੰਡੈਂਸੇਸ਼ਨ। ਲਿਖ ਲਓ ਜੇ ਕਿਸੇ ਨੇ ਨਹੀਂ ਪਤਾ ਤਾਂ, ਬੋਸ ਆਇਨਸਟਾਈਨ ਕੰਡੈਂਸੇਸ਼ਨ ਪ੍ਰੋਸੈਸ। ਕੰਡੈਂਸੇਸ਼ਨ ਕੀ ਹੁੰਦਾ ਹੈ, ਪ੍ਰੋਸੈਸ ਇਨ ਵਿਚ, ਪਤਾ ਹੋਏਗਾ ਤੁਹਾਨੂੰ ਕੰਡੈਂਸੇਸ਼ਨ ਕੀ ਹੁੰਦਾ ਹੈ, ਜਦੋਂ ਆਪਾਂ ਹਵਾ ਦੇ ਵੇਪਰਸ ਹੁੰਦੇ ਉਹਨੂੰ ਆਪਾਂ ਲਿਕੁਇਡ ਵਿੱਚ ਲੈ ਕੇ ਆਈਏ, ਉਲਟਾ ਕੰਮ। ਵੇਪਰਾਈਜੇਸ਼ਨ ਦਾ ਉਲਟਾ ਪ੍ਰੋਸੈਸ ਹੁੰਦਾ ਹੈ ਕੰਡੈਂਸੇਸ਼ਨ। ਠੀਕ ਹੈ, ਤਾਂ ਆਇਨਸਟਾਈਨ ਨੇ ਇੱਕ ਲੈ ਕੇ ਆਇਆ ਸੀ ਬਾਈ ਅਚੀਵਿੰਗ ਹਾਈ ਟੈਂਪਰੇਚਰ ਐਂਡ ਲੋ ਪ੍ਰੈਸ਼ਰ ਵਗੈਰਾ ਦੇ ਮੇਨਟੇਨੈਂਸ ਨਾਲ ਇੱਕ ਨਵੀਂ ਲੈ ਕੇ ਆਇਆ ਸੀ ਸਟੇਟ ਜਿਹਨੂੰ ਆਪਾਂ ਕਹਿੰਦੇ BEC। ਤਾਂ ਪੇਪਰ 'ਚ ਯਾਦ ਕਰਨੀ ਹੈ, ਸੋਲਿਡ ਲਿਕੁਇਡ ਏਅਰ ਨਾਲ ਆਪਣੇ ਕੋਲ ਹੁੰਦੀ BEC ਅਤੇ ਪਲਾਜ਼ਮਾ ਵੀ। ਨੈਕਸਟ ਕੁਐਸਚਨ ਹੈ, ਵਨ ਆਫ ਦ ਫੋਲੋਇੰਗ ਡਜ਼ ਨਾਟ ਅੰਡਰਗੋ ਸਬਲੀਮੇਸ਼ਨ ਪ੍ਰੋਸੈਸ। ਦੇਖੋ ਜਦੋਂ ਤੱਕ ਬੱਚਿਆਂ ਨੂੰ ਆ ਨਹੀਂ ਪਤਾ ਸਬਲੀਮੇਸ਼ਨ ਕੀ, ਉਹਨਾਂ ਦੀ ਐਗਜ਼ਾਮਪਲ ਤਾਂ ਉਹਨਾਂ ਨੂੰ ਆਉਂਦੀਆਂ ਨਹੀਂ ਹੋਣੀਆਂ। ਤਾਂ ਸਬਲੀਮੇਸ਼ਨ ਪ੍ਰੋਸੈਸ ਕੀ ਹੁੰਦਾ, ਜਦੋਂ ਆਪਾਂ ਕਿਸੇ ਸੋਲਿਡ ਚੀਜ਼ ਨੂੰ ਸਿੱਧਾ ਕਿਹਦੇ 'ਚ ਲੈ ਜਾਈਏ, ਏਅਰ ਦੇ ਵਿੱਚ ਲੈ ਕੇ ਆ ਜਾਈਏ, ਉਹਨੂੰ ਆਪਾਂ ਕਹਿੰਦੇ ਹਾਂ ਸੋਲਿਡ ਪ੍ਰੋਸੈਸ, ਸਬਲੀਮੇਸ਼ਨ ਸੌਰੀ। ਤਾਂ ਇਹਦੀ ਐਗਜ਼ਾਮਪਲ ਕੁਛ ਲਿਖੀ ਹੈ ਨਾ ਜੀ, ਇੱਕ ਐਗਜ਼ਾਮਪਲ ਹੈਗੀ ਹੈ ਅਤੇ ਇੱਕ ਐਗਜ਼ਾਮਪਲ ਨਹੀਂ ਹੈ, ਉਹ ਆਪਾਂ ਨਿਕਾਲਣੀ ਹੈ। ਆਇਓਡੀਨ, ਆਇਓਡੀਨ ਦੀ ਐਗਜ਼ਾਮਪਲ ਹੈ। ਸਬਲੀਮੇਸ਼ਨ ਦੀ ਐਗਜ਼ਾਮਪਲ ਹੈ ਆਇਓਡੀਨ, ਅਮੋਨੀਅਮ ਕਲੋਰਾਈਡ NH4Cl ਅਤੇ C4 ਕੈਂਫਰ ਜਾਂ ਨੈਫਥਲਿਨ ਬੋਲਸ ਵੀ ਇਹਨੂੰ ਆਪਾਂ ਕਹਿੰਦੇ ਹਾਂ, ਜਿਹੜੇ ਆਪਣੇ ਮਕਾਨ 'ਚ ਯੂਜ਼ ਕੀਤੀ ਜਾਂਦੀ ਹੈ, ਵਾਸ਼ਰੂਮਸ ਵਿੱਚ ਜਾਂ ਅੰਦਰ ਜਦੋਂ ਆਪਾਂ ਕੁਛ ਲੁਕੋ ਕੇ ਰੱਖਦੇ ਹਾਂ ਕੁਛ। ਠੀਕ ਹੈ, ਤਾਂ NaCl ਮਤਲਬ ਇਹਨੂੰ ਆਪਾਂ ਕਹਿੰਦੇ ਸੋਲਟ। ਸੋਲਟ ਕੀ ਆਪੇ ਨਹੀਂ ਉੱਡਦਾ ਨਾ ਹਵਾ 'ਚ, ਤਾਂ ਇਹ ਕੀ ਹੈ, ਸਬਲੀਮੇਸ਼ਨ ਦੀ ਐਗਜ਼ਾਮਪਲ ਨਹੀਂ ਹੈਗੀ। ਤਾਂ ਆਪਸ਼ਨ B ਰਾਈਟ ਆਨਸਰ। ਨੈਕਸਟ ਕੁਐਸਚਨ ਹੈ, ਵਿਚ ਆਫ ਦ ਫੋਲੋਇੰਗ ਪ੍ਰੋਸੈਸਿਸ ਰਿਲੀਜ਼ਿਜ਼ ਹੀਟ। ਇਹਨਾਂ ਵਿੱਚੋਂ ਕੁਛ ਇਹੋ ਜਿਹੇ ਪ੍ਰੋਸੈਸ ਨੇ ਜਿਨ੍ਹਾਂ 'ਚ ਹੀਟ ਨਿਕਲਦੀ ਹੈ। ਤਾਂ ਸਟੂਡੈਂਟਸ ਹੁਣ ਇਹੋ ਜਿਹੇ 5 ਕੋ ਲਗਭਗ ਆਉਣਗੇ MCQs ਜਿਨ੍ਹਾਂ 'ਚ ਇਹੀ ਚੀਜ਼ ਆਏਗੀ ਕਿ ਹੀਟ ਨਿਕਲਦੀ ਹੈ ਜਾਂ ਲੱਗਦੀ ਹੈ। ਠੀਕ ਹੈ, ਤਾਂ ਇੱਕ ਚੀਜ਼ ਯਾਦ ਕਰ ਲਓ, ਸੋਲਿਡ ਟੂ ਲਿਕੁਇਡ ਜਾਓ, ਫਿਰ ਲਿਕੁਇਡ ਟੂ ਤੁਸੀਂ ਜਾਓ ਏਅਰ ਜਾਂ ਗੈਸਿਸ, ਉਦੋਂ ਹੀਟ ਕੀ ਹੁੰਦੀ ਹੈ, ਲੱਗਦੀ ਹੈ, ਯੂਜ਼ ਹੁੰਦੀ ਹੈ। ਠੀਕ ਹੈ, ਅਤੇ ਜੇ ਆਪਾਂ ਓਪੋਜ਼ਿਟ ਆਈਏ ਨਾ, ਏਅਰ ਟੂ ਲਿਕੁਇਡ ਆ ਜਾਈਏ, ਲਿਕੁਇਡ ਟੂ ਫਿਰ ਸੋਲਿਡ ਆ ਜਾਈਏ, ਇਸ ਪ੍ਰੋਸੈਸ 'ਚ ਹੀਟ ਬਾਹਰ ਨਿਕਲਦੀ ਹੈ। ਠੀਕ ਹੈ, ਇਸ ਪ੍ਰੋਸੈਸ 'ਚ ਹੀਟ ਬਾਹਰ ਨਿਕਲਦੀ ਹੈ। ਤਾਂ ਪੇਪਰ 'ਚ ਕੀ ਹੋਣਾ, ਇੱਥੇ ਕੀ ਪੁੱਛਿਆ MCQs ਵਿੱਚ, NI 'ਚੋਂ ਰਿਲੀਜ਼ ਹੀਟ, ਕਿਹਦੇ 'ਚੋਂ ਹੀਟ ਨਿਕਲਦੀ ਹੈ। ਜਦੋਂ ਅੱਗੇ ਵੱਲ ਨੂੰ ਜਾਈ, ਜੇ ਕਿਸੇ ਨੇ ਨਹੀਂ ਉਤਾਰਿਆ ਸੀ ਮੈਂ ਰੇਜ਼ ਹੋ ਗਿਆ, ਸੋਲਿਡ ਟੂ ਜਾਈਏ ਲਿਕੁਇਡ ਜਾਂ ਲਿਕੁਇਡ ਜਾਈਏ ਏਅਰ, ਉਦੋਂ ਹੀਟ ਕੀ ਹੁੰਦੀ ਹੈ, ਬਾਹਰ ਇਸਤੇਮਾਲ ਹੁੰਦੀ ਹੈ ਨਾ। ਜਿਵੇਂ ਜਿਵੇਂ ਇੰਕਰੀਜ਼ ਕਰਾਂਗੇ ਟੈਂਪਰੇਚਰ, ਉਵੇਂ ਉਵੇਂ ਕੀ ਹੁੰਦਾ ਜਾਂਦਾ, ਇਹ ਅੱਗੇ ਆਉਂਦੇ ਜਾਂਦੇ ਹੈ। ਅਤੇ ਜੇ ਓਪੋਜ਼ਿਟ ਵੱਲ ਆਉਂਦਾ ਤਾਂ ਟੈਂਪਰੇਚਰ ਹੁੰਦਾ ਕੀ ਹੈ, ਆਪਣਾ ਲੈਸ ਹੁੰਦਾ ਹੈ। ਟੈਂਪਰੇਚਰ ਲੈਸ ਮਤਲਬ ਹੀਟ ਨਿਕਲ ਰਹੀ ਹੈ, ਬਾਹਰ ਨਿਕਲ ਰਹੀ ਹੈ। ਤਾਂ ਇਹੋ ਜਿਹੇ ਪ੍ਰੋਸੈਸ ਦੱਸੋ। ਵੇਪਰਾਈਜੇਸ਼ਨ ਕੀ ਹੁੰਦਾ ਹੈ, ਉਬਾਲਣਾ ਹੈ ਨਾ, ਅਤੇ ਉਬਾਲਣਾ ਤੱਕ ਕੀ ਕਰ ਲਿਆ, ਟੈਂਪਰੇਚਰ ਇੰਕਰੀਜ਼ ਹੋ ਰਿਹਾ, ਅਤੇ ਇਹ ਤਾਂ ਨਹੀਂ ਆ ਸਕਦਾ। ਜਿੱਥੇ ਸੈਕਿੰਡ ਆਪਸ਼ਨ ਆ ਰਹੀ ਕਿਤੇ, ਇਹ ਤਾਂ ਆਪਸ਼ਨ ਵਿੱਚ ਇੱਕ ਆਪਸ਼ਨ ਹੈ, ਇਹਨੂੰ ਉਡਾ ਦਿਓ, ਇਹ ਇਹਦਾ ਆਨਸਰ ਨਹੀਂ ਹੈ। ਫਿਰ ਬਚ ਗਈ ਫਸਟ ਆਪਸ਼ਨ, ਹੁਣੇ ਦੱਸਿਆ ਲਿਕੁਇਡ ਟੂ ਸੋਲਿਡ ਪ੍ਰੋਸੈਸ ਨੂੰ ਕੀ ਕਹਿੰਦੇ ਆ, ਕੰਡੈਂਸੇਸ਼ਨ। ਤਾਂ ਇਹ ਤਾਂ ਐਕੂਰੇਟ ਹੈ, ਮਤਲਬ ਜਾਂ ਆਪਸ਼ਨ C ਬਣੇਗੀ ਜਾਂ ਬਣੇਗੀ A। ਨੈਕਸਟ ਬਚ ਗਈ ਆਪਣੀ ਫਰੀਜ਼ਿੰਗ, ਮਤਲਬ ਜਦੋਂ ਆਪਾਂ ਲਿਕੁਇਡ ਨੂੰ ਫਿਰ ਕਿਹਦੇ 'ਚ ਲੈ ਕੇ ਆਉਂਦੇ ਹਾਂ, ਸੋਲਿਡ ਨੂੰ, ਉਹਦਾ ਇੱਕ ਅਨਦਰ ਨੇਮ ਕੀ ਹੈ, ਦੈਟ ਇਜ਼ ਆਲਸੋ ਨੋਨ ਐਜ਼ ਫਰੀਜ਼ਿੰਗ। ਠੀਕ ਹੈ, ਇਸ ਪ੍ਰੋਸੈਸ ਵਿੱਚ ਕਹਿੰਦਾ ਲਿਕੁਇਡ ਨੂੰ ਸੋਲਿਡ 'ਚ ਲੈ ਕੇ ਆਉਂਦੇ ਹਾਂ। ਤਾਂ ਹੁਣੇ ਮੈਨੂੰ ਤਾਂ ਤੁਹਾਨੂੰ ਰੋਂਗ ਆਖ ਦਿੱਤਾ ਮੈਂ। ਕੰਡੈਂਸੇਸ਼ਨ ਵਿੱਚ ਕੀ ਹੁੰਦਾ, ਕੰਡੈਂਸੇਸ਼ਨ ਏਅਰ ਤੋਂ ਲਿਕੁਇਡ ਲੈ ਕੇ ਆਉਂਦੇ ਹਾਂ, ਹੈ ਨਾ। ਏਅਰ ਤੋਂ ਲਿਕੁਇਡ ਪ੍ਰੋਸੈਸ ਨੂੰ ਕੰਡੈਂਸੇਸ਼ਨ ਕਹਿੰਦੇ ਆ, ਲਿਕੁਇਡ ਤੋਂ ਸੋਲਿਡ ਨੂੰ ਕਹਿੰਦੇ ਆ ਫਰੀਜ਼ਿੰਗ, ਹੈ ਨਾ। ਤਾਂ ਆਪਸ਼ਨ ਫਸਟ ਐਂਡ ਥਰਡ C ਇਜ਼ ਦਾ ਰਾਈਟ ਆਨਸਰ, C ਇਜ਼ ਦਾ ਰਾਈਟ ਆਨਸਰ। ਚਲੋ ਜੀ, ਹੁਣ ਇਹ ਇਹੋ ਜਿਹੇ ਇੱਕ ਦੋ ਹੋਰ ਵੀ ਆਉਣਗੇ ਆਪਣੇ ਹੱਲੇ ਅੱਗੇ MCQs। ਲਿਖਿਆ, ਇਫ ਦਾ ਟੈਂਪਰੇਚਰ ਆਫ ਦਾ ਆਬਜੈਕਟ ਇਜ਼ 268 Kelvin, ਟੈਂਪਰੇਚਰ ਦੇ ਦੋ ਹੁੰਦੇ ਹੈ ਸਕੇਲਸ ਆਪਣੇ ਕੋਲ। ਇੱਕ ਹੁੰਦਾ ਆਪਣੇ ਕੋਲ ਉੱਥੇ
0 ਡਿਗਰੀ ਸੈਲਸੀਅਸ ਕਿੰਦੇ ਇਕੁਅਲ ਆ, ਤੁਸੀਂ ਯਾਦ ਕਰਨਾ ਹੈ 273 ਦੇ ਇਕੁਅਲ ਹੁੰਦਾ ਹੈ, ਹੈਲੋਵੀਨ ਦੇ ਇਕੁਅਲ। ਠੀਕ ਹੈ, 0 ਡਿਗਰੀ। ਹੁਣ ਕਹਿੰਦਾ 268 ਕਿੰਨਾ ਹੋਏਗਾ, ਦੇਖੋ 268 ਇਸ ਤੋਂ ਨੀਚੇ ਹੈ ਤਾਂ ਇਹਦੇ ਚੋਂ ਕਿੰਨਾ ਨਿਕਾਲੋ ਕਿ ਆਂਸਰ 268 ਆਵੇ। ਮਾਈਨਸ ਕੀ ਕਰਾਂਗੇ 5 ਹੈ ਨਾ, ਤਾਂ ਉਹ ਕੀ ਹੋ ਗਿਆ -5 ਡਿਗਰੀ ਕੀ ਹੈ, ਡਿਗਰੀ ਸੈਲਸੀਅਸ ਦੇ ਵਿੱਚ ਆਂਸਰ ਆਏਗਾ। ਠੀਕ ਹੈ, ਜੇ ਟੈਂਪਰੇਚਰ ਲੈਸ ਹੋਵੇ ਤਾਂ ਮਾਈਨਸ ਹੋਏਗਾ, ਜੇ ਇਸ ਤੋਂ ਵੱਧ ਹੁੰਦਾ ਤਾਂ ਮਤਲਬ ਇਸ ਤੋਂ ਉੱਪਰ ਹੁੰਦਾ ਕੁਛ ਤਾਂ ਉਹ ਉਹਨਾਂ ਐਡ ਹੋਣਾ ਸੀ ਇਹਦੇ ਵਿੱਚ। 0 ਡਿਗਰੀ ਸੈਲਸੀਅਸ ਕਿੰਨੇ ਇਕੁਅਲ ਹੁੰਦਾ ਹੈ, 273 ਦੇ ਇਕੁਅਲ, 273। ਅਗਲਾ ਅਗੇਨ ਆ ਗਿਆ, ਇਥੇਨ ਦਾ BP ਇੰਨਾ ਹੁੰਦਾ ਹੈ, BP ਮਤਲਬ ਜੋ ਆਪਣਾ ਨਹੀਂ ਉਹ ਨਹੀਂ, BP ਬੋਲੇ ਤੋਂ ਬੋਇਲਿੰਗ ਪੁਆਇੰਟ। ਠੀਕ ਹੈ, ਇਥੇਨ ਦਾ ਤੁਸੀਂ ਯਾਦ ਵੀ ਰੱਖ ਸਕਦੇ ਹੋ, -88 ਹੁੰਦਾ ਹੈ। ਆਪਾਂ ਕਿੰਦੇ 'ਚ ਨਿਕਾਲਣਾ ਉਲਟਾ, ਪਿਛਲੀ ਵਾਰੀ ਇਹਦੇ ਤੋਂ ਆਪਾਂ ਡਿਗਰੀ ਸੈਲਸੀਅਸ ਵਿੱਚ ਆਏ ਸੀ। ਹੁਣ ਤੋਂ ਦੇਖੋ 0 ਡਿਗਰੀ ਸੈਲਸੀਅਸ ਤੁਹਾਨੂੰ ਕਿਹਾ ਹੁਣੇ ਹੁੰਦਾ ਹੈ 273 ਦੇ ਇਕੁਅਲ, ਹੈ ਨਾ। ਹੁਣ -88 ਮਤਲਬ ਇੱਧਰੋਂ -88 ਕੀਤਾ ਤਾਂ ਇੱਧਰੋਂ ਵੀ ਕੀ ਹੋਏਗਾ, -88 ਹੋਏਗਾ। 15 ਚੋਂ 8 ਕੇ ਕਿੰਨਾ ਬਚ ਗਿਆ, 5, ਫਿਰ ਇੱਥੇ ਬਚ ਗਿਆ 8, 185। C option is the right answer. Next question. When heat is constantly supplied, ਦੇਖੋ ਸਿੰਪਲ ਜੀ ਇੱਕ ਆ ਵੀ ਹੈਗਾ, ਸਿੰਪਲ ਇੱਕ ਦੇਖੋ ਯਾਦ, ਆਈਸ ਹੋਵੇ ਵਾਟਰ ਹੋਵੇ, ਜਦੋਂ ਮਰਜ਼ੀ ਤੁਹਾਨੂੰ ਆਪਾਂ ਹੀਟ ਨੀਚੋਂ ਦੀ ਆਰਾਮ ਨਾਲ ਸੇਮ ਹੀਟ ਮਿਲੇ, ਜਦੋਂ ਕਿਸੇ ਨੂੰ ਸੇਮ ਹੀਟ ਮਿਲੇ ਤਾਂ ਉਹਦਾ ਆਪਦਾ ਟੈਂਪਰੇਚਰ ਨਹੀਂ ਵੱਧਦਾ, ਉਹਦਾ ਆਪਦਾ ਟੈਂਪਰੇਚਰ ਨਹੀਂ ਵੱਧਦਾ, ਭਾਵੇਂ ਉਹ ਸੋਲਿਡ ਹੈ ਭਾਵੇਂ ਉਹ ਲਿਕੁਇਡ ਹੈ। ਠੀਕ ਹੈ, ਹੁੰਦਾ ਕੀ ਹੈ, ਉਹਦੇ ਪਾਰਟੀਕਲਸ ਦੀ એનર્ਜੀ ਵੱਧਦੀ ਹੈ। ਠੀਕ ਹੈ, ਤਾਂ ਇੱਥੇ ਤੁਹਾਨੂੰ ਕੋਲ ਆ ਪੁੱਛਿਆ ਗਿਆ ਹੈ ਕਿ ਜਦੋਂ ਆਪਾਂ ਆਈਸ ਨੂੰ ਕੀ ਕਰਨਾ ਹੈ, ਲਿਕੁਇਡ ਵਿੱਚ ਲੈ ਕੇ ਆ ਰਹੇ ਹਾਂ ਤੇ ਨੀਚੋਂ ਹੀਟ ਸਪਲਾਈ ਹੋ ਰਹੀ, ਉਹ ਕੀ ਹੋ ਰਹੀ, ਸੇਮ ਹੀਟ ਅਪਲਾਈ ਹੋ ਰਹੀ ਹੈ ਨਾ, ਤਾਂ ਕੀ ਟੈਂਪਰੇਚਰ ਆਫ ਆਈਸ ਦਾ ਕੀ ਹੋਏਗਾ, ਵਧੇਗਾ, ਹੌਲੀ ਹੋਏਗਾ, ਜੋ ਮਰਜ਼ੀ ਲਿਖਿਆ ਹੋਵੇ ਪੇਪਰ 'ਚ ਇਹਦਾ ਆਂਸਰ ਕੀ ਆਏਗਾ, ਰਿਮੇਨ ਸੇਮ। ਟੈਂਪਰੇਚਰ ਆਲਵੇਜ਼ ਰਿਮੇਨ ਸੇਮ ਵੈਨ ਵੀ ਇੰਕਰੀਜ਼ ਦਾ ਹੀਟ। ਤਾਂ ਜਿਹੜਾ ਸਬਸਟਾਂਸ ਹੋਏਗਾ, ਸਟੇਟ ਆਫ ਮੈਟਰ ਹੋਏਗੀ, ਉਹਦਾ ਆਪਣਾ ਟੈਂਪਰੇਚਰ ਨਹੀਂ ਵੱਧਦਾ। ਸੋ ਆਂਸਰ ਇਜ਼ B option, does not increase at all. Next question. When water at 0 degree freezes to form ice, ਜਦੋਂ ਲਿਕੁਇਡ ਨੂੰ ਸੋਲਿਡ 'ਚ ਲੈ ਕੇ ਆਉਂਦੇ ਆ ਐਟ 0 ਡਿਗਰੀ ਸੈਲਸੀਅਸ, ਉਹ ਕਿਹਦੇ 'ਚ ਆ ਜਾਂਦਾ, ਆਈਸ ਦੇ ਵਿੱਚ ਆ ਜਾਂਦਾ ਹੈ। ਐਟ ਦਾ ਸੇਮ ਟੈਂਪਰੇਚਰ ਆਫ 0 ਡਿਗਰੀ ਸੈਲਸੀਅਸ ਇਹ ਕੀ ਕਰਦਾ ਹੈ, ਆਈਦਰ ਇਟ ਐਬਜ਼ੋਰਬ ਦਾ ਹੀਟ, ਰਿਲੀਜ਼, ਦੇਖੋ ਉਲਟਾ ਆਏ ਆ, ਉਲਟਾ ਆਏ ਤਾਂ ਕੀ ਹੋਏਗਾ, ਰਿਲੀਜ਼ ਦਾ ਹੀਟ, ਹੈ ਨਾ, ਰਿਲੀਜ਼ ਦਾ ਹੀਟ। ਸੋਲਿਡ ਟੂ ਲਿਕੁਇਡ ਆਓ ਤਾਂ ਰਿਲੀਜ਼ ਦਾ ਹੀਟ। ਹੁਣ ਆਪਾਂ ਆਏ ਲਿਕੁਇਡ ਟੂ ਸੋਲਿਡ, ਹੁਣ ਆਪਾਂ ਆਏ ਆ ਲਿਕੁਇਡ ਟੂ ਸੋਲਿਡ, ਤਾਂ ਇਹਦਾ ਐਬਜ਼ੋਰਬ ਰਿਲੀਜ਼ ਦਾ ਹੀਟ। ਠੀਕ ਹੈ, ਸੋਲਿਡ ਟੂ ਲਿਕੁਇਡ ਜਾਓ ਤਾਂ ਲੱਗਦੀ ਹੈ ਨਾ ਹੀਟ, ਆਪਣੀ ਥੱਲੋਂ ਹੀਟ ਲੱਗ ਰਹੀ ਸੀ ਹੁਣੇ, ਤਾਂ ਉਹ ਸੀਟ ਰਿਲੀਜ਼ ਹੋਏਗੀ, ਸੌਰੀ ਐਬਜ਼ੋਰਬ ਹੋਏਗੀ, ਸੌਰੀ ਐਬਜ਼ੋਰਬ ਹੋਏਗੀ ਮਤਲਬ ਲੱਗੇਗੀ, ਯੂਜ਼ ਹੋਏਗੀ। ਜੇ ਹੀਟ ਯੂਜ਼ ਹੁੰਦੀ, ਦੇਖੋ ਇੱਥੇ ਇਹ ਨਾ ਕਹਿਣਾ ਕਿ ਸਰ ਤੁਸੀਂ ਸਾਨੂੰ ਉਲਝਾਤਾ, ਮੈਂ ਕਈ ਵਾਰ ਐਕਸਪਲੇਨ ਕਰ ਰਿਹਾ। ਸੋਲਿਡ ਟੂ ਲਿਕੁਇਡ ਜਾਵਾਂਗੇ ਜਾਂ ਅੱਗੇ ਵੱਲ ਨੂੰ ਜਾਵਾਂਗੇ ਏਅਰ ਵੱਲ ਨੂੰ, ਤਾਂ ਹੀਟ ਯੂਜ਼ ਹੁੰਦੀ ਹੈ, ਐਬਜ਼ੋਰਬ ਹੁੰਦੀ ਹੈ। ਅਤੇ ਜੇ ਆਪਾਂ ਓਪੋਜ਼ਿਟ ਆਉਂਦੇ ਹਾਂ, ਲਿਕੁਇਡ ਟੂ ਸੋਲਿਡ ਆ ਰਹੇ ਨਾ ਹੁਣ ਆਪਾਂ, ਤਾਂ ਹੀਟ ਕੀ ਉਹਨੂੰ ਬਾਹਰ ਨਿਕਾਲੇਗਾ, ਉਹਦੀ ਤਾਂ ਇਕੱਠੀ ਹੋਏਗੀ, ਆਈਸ 'ਚ ਆਏਗਾ, ਸਿੰਪਲ ਜਿਹਾ ਲੌਜਿਕ। ਤਾਂ ਆਂਸਰ B ਇਹਦਾ ਰਾਈਟ ਆਂਸਰ ਹੈ, ਆਂਸਰ B ਇਹਦਾ ਰਾਈਟ ਆਂਸਰ ਬਣੇਗਾ, B ਕੁਐਸਚਨ ਆਂਸਰ। ਨੈਕਸਟ ਕੁਐਸਚਨ, ਜਦੋਂ ਹੀਟ ਲਗਾਤਾਰ ਅਪਲਾਈ ਕੀਤੀ ਕਿਹਨੂੰ, ਉਬਲਦੇ ਹੋਏ ਪਾਣੀ ਨੂੰ, ਤੇ ਉਹਦਾ ਟੈਂਪਰੇਚਰ ਕੀ ਹੋਏਗਾ, ਹੁਣੇ ਕਿਹਾ ਡਜ਼ ਨੋਟ ਰਾਈਜ਼ ਐਟ ਆਲ, ਉਹਦਾ ਟੈਂਪਰੇਚਰ 'ਤੇ ਕੋਈ ਇਫੈਕਟ ਨਹੀਂ ਪੈਂਦਾ ਜਦੋਂ ਵੀ ਕਿਸੇ ਚੀਜ਼ ਨੂੰ ਉਬਾਲਦੇ ਹਾਂ। ਨੈਕਸਟ ਕੁਐਸਚਨ, ਦੇਖੋ ਆਹ ਜਿਹੜੇ ਦੋ ਆਏ ਨਾ, ਇਹ ਤੁਸੀਂ ਰੱਟੇ ਮਾਰਨੇ ਆ। ਲੇਟੈਂਟ ਹੀਟ ਹੁੰਦੀ ਹੈ, ਇਹੋ ਜਿਹੀ ਹੀਟ ਸਪਲਾਈ ਹੋਵੇ ਤਾਂ ਕਿ ਉਹਦਾ ਜਿਹੜਾ ਇੰਕਰੀਜ਼ ਇਨ ਟੈਂਪਰੇਚਰ ਆ ਉਹ 1 ਡਿਗਰੀ ਹੋ ਜਾਵੇ। ਠੀਕ ਹੈ, 1 ਡਿਗਰੀ ਦੇ ਨਾਲ ਇੰਕਰੀਜ਼ ਹੋਵੇ ਉਹਦਾ ਟੈਂਪਰੇਚਰ, ਕਿੰਨੀ ਹੀਟ ਅਪਲਾਈ ਹੋਵੇਗੀ, ਤਾਂ ਉਹਨੂੰ ਆਪਾਂ ਕਹਿੰਦੇ ਲੇਟੈਂਟ ਹੀਟ। ਹੁਣ ਜਦੋਂ ਆਈਸ ਨੂੰ ਆਪਾਂ ਕੀ ਕਰਨਾ, ਮੈਲਟ, ਹੈ ਨਾ, ਤਾਂ ਉਹਦੇ ਵਾਸਤੇ ਕਿੰਨੀ ਹੀਟ ਲੱਗਦੀ ਹੈ ਤਾਂ ਕਿ ਉਹਦਾ 1 ਡਿਗਰੀ ਇੰਕਰੀਜ਼ ਹੋਵੇ ਟੈਂਪਰੇਚਰ, ਨੂੰ ਕਹਿੰਦੇ 33.4 × 10⁻⁴। ਹੁਣ ਦੇਖੋ ਹੀਟ
किंदे ते लग रही है, किसी ना किसी मास ते लगेगी ना। तो हीट बटा मास मतलब जूल पर किलोग्राम, ਇਹਦੇ SI यूनिट्स ने। तो 33.4 गुना 10⁻⁴ ਇਹਦਾ आंसर है लेटेंट हीट ऑफ फ्यूजन ऑफ आइस का। अगला भी देखो इदा का ही है, वो है लेटेंट हीट ऑफ वेपराइजेशन ऑफ वाटर। वाटर ਨੂੰ ਉਬਾਲਦੇ ਆ ਤਾਂ ਉਦੋਂ ਕਿੰਨੀ ਹੀਟ ਹੁੰਦੀ, ਉਦੋਂ ਹੁੰਦੀ ਫਸਟ ਏ ਆਪਸ਼ਨ 2.25 × 10⁻⁶ जूल पर किलोग्राम। ठीक है, ये दो ने, ये एन कुछ एक्सप्लेनेशन वाला नहीं गा, रट्टे वाले मार लिया जी रट्टा इन्हों का जी। नैक्सट क्वेश्चन, विच वन ऑफ द फॉलोइंग सैट ऑफ फिनोमिना वुड इंक्रीज ऑन रेजिंग द टैंपरेचर। टैंपरेचर ਵਧਣ ਨਾਲ ਇਹਨਾਂ ਵਿੱਚੋਂ ਕੋਈ ਇਹੋ ਜਿਹੇ ਪ੍ਰੋਸੈਸ ਨੇ ਜਿਹੜੇ ਇੰਕਰੀਜ਼ ਹੁੰਦੇ ਉਹ ਵੀ ਜੇ ਆਪਾਂ ਟੈਂਪਰੇਚਰ ਨੂੰ ਵਧਾਉਂਦੇ ਹਾਂ। ਆਪਸ਼ਨ ਹੈ ਡਿਫਿਊਜ਼ਨ, ਬਿਲਕੁਲ ਜਿੰਨੀ ਜ਼ਿਆਦਾ ਹੀਟ ਸਪਲਾਈ ਹੋਏਗੀ ਉਨੇ ਦਾ ਪਾਰਟੀਕਲ ਹਿੱਲਣਗੇ, ਉਨੀ ਜ਼ਿਆਦਾ ਡਿਫਿਊਜ਼ਨ ਹੋਏਗੀ। ਇਵੈਪੋਰੇਸ਼ਨ ਵੀ ਇਹੀ ਹੈ। ਇਵੈਪੋਰੇਸ਼ਨ ਦੇਖੋ ਕਿੰਨੇ ਕਿਹੜੇ ਫੈਕਟਰ 'ਤੇ ਹੁੰਦੀ ਡਿਪੈਂਡ, ਸਰਫੇਸ ਏਰੀਆ ਲਿਖਣਾ ਲਿਖ ਲਿਆ ਜੇ, ਟੈਂਪਰੇਚਰ 'ਤੇ ਹੁੰਦੀ ਹੈ, ਤੇ ਇਹ ਹੁੰਦੀ ਵਿੰਡ ਸਪੀਡ ਤੇ, 에ਅਰ ਸਪੀਡ ਜਾਂ ਵਿੰਡ ਸਪੀਡ। ਠੀਕ ਹੈ, ਵਿੰਡ ਦੀ ਕਿੰਨੀ ਸਪੀਡ ਹੈ। ਜੇ ਸਭ ਕੁਝ ਵਧੇਗਾ ਤਾਂ ਵੈਪੋਰੇਸ਼ਨ ਵੱਧਦੀ ਹੈ। ਜੇ ਸਰਫੇਸ ਏਰੀਆ ਵਧੇ, ਟੈਂਪਰੇਚਰ ਵਧੇ, ਵਿੰਡ ਵਧੇ ਤਾਂ ਇਹ ਸਭ ਕੁਝ ਵੈਪੋਰੇਸ਼ਨ ਨੂੰ ਵਧਾਉਂਦੇ ਹੈ। ਬਟ ਜੇ ਆਪਾਂ ਕਹੀਏ ਹਿਊਮਿਡਿਟੀ, ਹਿਊਮਸ ਜਿਹੜੇ ਆਪਾਂ ਕਹਿੰਦੇ ਆ ਹਵਾ ਦੇ ਵਿੱਚ ਹੁੰਦੀ ਹੈ, ਜੇ ਉਹ ਵੱਧ ਜਾਵੇ ਤਾਂ ਵੈਪੋਰੇਸ਼ਨ ਡਿਕਰੀਜ਼ ਹੁੰਦੀ ਹੈ। ਇੱਕੋ ਹੀ ਫੈਕਟਰ ਹੈ ਜਿਹਦੇ ਨਾਲ ਵੈਪੋਰੇਸ਼ਨ ਡਿਕਰੀਜ਼ ਕਰਦੀ, ਉਹਨੂੰ ਹੈ ਹਿਊਮਿਡਿਟੀ। ਦੇਖੋ ਹਿਊਮਿਡਿਟੀ ਦਾ ਇੱਥੇ ਕੁਝ ਆਇਆ ਨਹੀਂ ਤਾਂ ਕੋਈ ਮਤਲਬ ਨਹੀਂ ਆਪਾਂ ਨੂੰ ਉਹਦੇ ਨਾਲ, ਹੈ ਨਾ। ਆਪਾਂ ਜਿਹੜੀ ਚੀਜ਼ ਮੁੱਦੇ ਦੀ ਸੀ ਉਹਦੇ 'ਤੇ ਆਈਏ ਵਾਪਸ, ਉਹ ਹੈ ਆਪਣੇ ਕੋਲ ਕਿ ਇੰਕਰੀਜ਼ ਹੁੰਦਾ, ਇੰਕਰੀਜ਼ ਇਨ ਟੈਂਪਰੇਚਰ ਦੇ ਨਾਲ। ਤਾਂ ਸਿੰਪਲ ਜਿਹਾ ਹੈ ਕੀ ਚੀਜ਼ਾਂ ਇੰਕਰੀਜ਼ ਹੋਣਗੀਆਂ, ਡਿਫਿਊਜ਼ਨ ਹੋ ਗਈ ਤੇ ਇਵੈਪੋਰੇਸ਼ਨ ਤਾਂ ਹੋਣੀ ਹੋਣੀ ਹੈ। ਦੇਖੋ ਆਪਸ਼ਨ 'ਚ ਹੋਰ ਕੀ ਆ ਰਿਹਾ, ਡਿਫਿਊਜ਼ਨ ਇਵੈਪੋਰੇਸ਼ਨ ਇਹਦੇ 'ਚ ਆ ਰਿਹਾ, ਹੈ ਨਾ। ਤਾਂ ਜਾਂ ਆਪਸ਼ਨ ਏ ਤੇ ਸੀ ਤਾਂ ਹੋਏਗੀ ਹੋਏਗੀ, ਬਾਕੀਆਂ ਦਾ ਆਪਾਂ ਨੂੰ ਕੁਝ ਨਹੀਂ ਹਾਲੇ ਪਤਾ। ਨੈਕਸਟ ਹੈ ਕੰਪਰੈਸ਼ਨ ਆਫ ਗੈਸਿਸ। ਉਹ ਤਾਂ ਹੋ ਗਿਆ ਉਹਨਾਂ ਨੂੰ ਇਕੱਠਾ ਕਰਨਾ, ਉਹਨਾਂ ਵਾਸਤੇ ਲੋ ਟੈਂਪਰੇਚਰ 'ਚ ਰਿਕੁਆਇਰਡ ਹੈ। ਅਤੇ ਹਾਈ ਕੀ ਲੱਗਦਾ ਹੈ, ਪ੍ਰੈਸ਼ਰ। LPG ਵਿੱਚ ਹਾਈ ਲਾਉਂਦੇ ਹਾਂ ਆਪਾਂ, ਆਊਟਸਾਈਡ ਤੋਂ ਪਾਉਂਦੇ ਹਾਂ, ਪ੍ਰੈਸ਼ਰ ਲੋ ਕਰਨੇ, ਟੈਂਪਰੇਚਰ ਉਦੋਂ ਇਕੱਠੀ ਹੁੰਦੀ ਹੈ ਨਾ। ਉਦੋਂ ਜਿਹੜੀ ਗੈਸ ਉਹ ਲਿਕੁਇਡ 'ਚ ਆਉਂਦੀ ਜਦੋਂ ਆਪਾਂ ਕੀ ਕਰਦੇ ਹਾਂ, ਹਾਈ ਪ੍ਰੈਸ਼ਰ ਲੋ ਟੈਂਪਰੇਚਰ। ਠੀਕ ਹੈ, ਟੈਂਪਰੇਚਰ ਦੀ ਵੈਲਿਊ ਲੋ ਕਰਨੀ ਹੈ, ਪ੍ਰੈਸ਼ਰ ਦੀ ਵੈਲਿਊ ਹਾਈ, ਉਦੋਂ ਲਿਕੁਇਡ, ਉਦੋਂ ਆਪਾਂ ਏਅਰ ਨੂੰ ਲਿਕੁਇਡ 'ਚ ਲੈ ਕੇ ਆ ਸਕਦੇ ਹਾਂ। ਫੋਰ ਐਗਜ਼ਾਮਪਲ LPG 'ਚ ਵੀ ਇੱਦਾਂ ਹੀ ਕੀਤਾ ਜਾਂਦਾ ਹੈ ਨਾ। ਤਾਂ ਦੇਖੋ ਇਹਦੇ 'ਚ ਦੇਖੋ ਫਿਰ ਇੱਥੇ ਜਿਹੜਾ ਪ੍ਰੋਸੈਸ ਲਿਖਿਆ ਹੈ ਉਹ ਤਾਂ ਫਿਰ ਉਹ ਰੋਂਗ ਹੋ ਗਿਆ, ਆਪਾਂ ਤਾਂ ਨਿਕਾਲਣਾ ਇੰਕਰੀਜ਼ ਹੋਣਾ। ਤਾਂ ਦੇਖੋ ਜਿਹੜਾ ਫਸਟ ਆਪਸ਼ਨ ਸੀ ਉਹਦਾ ਗਿਆ, ਇੱਕ ਹੀ ਆਪਸ਼ਨ ਬਚ ਗਈ, ਸੀ ਆਪਸ਼ਨ, ਹੈ ਨਾ। ਐਕਸਪੈਂਸ਼ਨ ਆਫ ਗੈਸਿਸ ਮਤਲਬ ਐਕਸਪੈਂਡ ਹੋਣਾ, ਗੈਸਿਸ ਦਾ ਫੈਲਣਾ। ਉਹ ਓਬਵੀਅਸ ਗੱਲ ਹੈ, ਜਿੰਨਾ ਟੈਂਪਰੇਚਰ ਵਧੂਗਾ ਉਨੀ ਐਨਰਜੀ ਵਧੇਗੀ ਉਹਨਾਂ ਦੀ, ਉਨੇ ਜਦੋਂ ਪਾਰਟੀਕਲ ਹਿੱਲਣਗੇ, ਹੈ ਨਾ। ਤਾਂ ਸੀ ਆਪਸ਼ਨ ਇੱਥੇ ਰਾਈਟ ਆਂਸਰ ਆ ਗਿਆ। ਨੈਕਸਟ ਕੁਐਸਚਨ, ਵਿਚ ਆਫ ਦ ਫੋਲੋਇੰਗ ਰਿਪਰੈਜ਼ੈਂਟ ਦ ਸੁਟੇਬਲ ਕੰਡੀਸ਼ਨਸ ਫॉर द ਲਿਕੁਇਫਿਕੇਸ਼ਨ ਆਫ ਗੈਸਿਸ। ਦੇਖੋ ਜੋ ਹੁਣੇ ਐਕਸਪਲੇਨ ਕੀਤਾ ਉਹੀ ਆ ਗਿਆ ਆਪਣੇ ਕੋਲ ਕਿ ਲਿਕੁਇਫਿਕੇਸ਼ਨ ਮਤਲਬ ਹੁੰਦਾ ਗੈਸਿਸ ਨੂੰ ਲਿਕੁਇਡ ਵਿੱਚ ਲੈ ਕੇ ਆਉਣਾ। ਉਹ ਹੁੰਦਾ ਕਿਹਦੇ ਨਾਲ, ਹਾਈ ਪ੍ਰੈਸ਼ਰ ਲੋ ਟੈਂਪਰੇਚਰ। ਤਾਂ ਸੀ ਆਪਸ਼ਨ ਰਾਈਟ ਆਂਸਰ, ਲੋ ਟੈਂਪਰੇਚਰ ਹਾਈ ਪ੍ਰੈਸ਼ਰ। ਡਿਊਰਿੰਗ ਸਮਰ ਡੇਜ਼, ਜਦੋਂ ਆਪਾਂ ਅਰਦਨ ਪੋਟ ਦੇ ਵਿੱਚ ਪਾਣੀ ਰੱਖਦੇ ਹਾਂ ਤਾਂ ਉਹ ਆਪਾਂ ਨੂੰ ਠੰਡਾ ਲੱਗਦਾ ਹੈ। ਹੁਣ ਕਿਸੇ ਬੱਚੇ ਨੂੰ ਆ ਨਹੀਂ ਪਤਾ ਲੱਗੂਗਾ ਸਰ ਅਰਦਨ ਪੋਟ ਕੀ ਹੁੰਦਾ ਹੈ, ਤਾਂ ਉਹਦਾ ਆਨਸਰ ਕੀ ਆਏਗਾ ਫਰੈਂਡਸ, ਬਿਕੋਜ਼ ਮਿੱਟੀ ਦਾ ਘੜਾ ਜਿਹੜਾ ਹੁੰਦਾ ਉਹਦੇ 'ਚ ਹੋਲਸ ਹੁੰਦੇ ਨੇ ਛੋਟੇ ਛੋਟੇ, ਉਹ ਜਿਹੜਾ ਵਾਟਰ ਉਹ ਥੋੜ੍ਹਾ ਥੋੜ੍ਹਾ ਆਊਟਸਾਈਡ ਆਉਂਦਾ, ਉਹ ਕਿਵੇਂ ਵੈਪੋਰੇਟ ਹੁੰਦਾ। ਜਦੋਂ ਵਾਟਰ ਵੈਪੋਰੇਟ ਹੁੰਦਾ ਤਾਂ ਪਿੱਛੇ ਜਿਹੜਾ ਟੈਂਪਰੇਚਰ ਉਹ ਲੈਸ ਹੋ ਜਾਂਦਾ। ਜਿਸ ਚੀਜ਼ ਤੋਂ ਹੋਵੇਗਾ ਉਸ ਆਈਟਮ ਦਾ ਟੈਂਪਰੇਚਰ ਲੋ ਹੋ ਜਾਂਦਾ। ਲੋ ਹੋ ਜਾਂਦਾ ਮਤਲਬ ਆਪਾਂ ਨੂੰ ਕੀ ਫੀਲ ਹੁੰਦਾ, ਅੱਛਾ ਫੀਲ ਹੁੰਦਾ, ਹੈ ਨਾ। ਤਾਂ ਵੈਪੋਰੇਸ਼ਨ ਇਹਦਾ ਰਾਈਟ ਆਨਸਰ। ਨੈਕਸਟ ਕੁਐਸਚਨ, 25 ਡਿਗਰੀ 38 ਡਿਗਰੀ ਅਤੇ 66 ਡਿਗਰੀ ਨੂੰ ਆਪਾਂ ਕੈਲਵਿਨ ਸਕੇਲ ਵਿੱਚ ਲੈ ਕੇ ਆਉਣਾ ਹੈ। ਤਾਂ ਆਪਾਂ ਨੂੰ ਪਤਾ ਹੈ 0 ਡਿਗਰੀ ਦੀ ਵੈਲਿਊ 273, ਇੰਕਰੀਜ਼ ਕਿੰਨਾ ਹੋਇਆ 25 ਡਿਗਰੀ, ਮਤਲਬ ਉੱਪਰ ਵੱਲ ਨੂੰ ਗਿਆ, ਇੰਕਰੀਜ਼ ਹੀ ਹੋਇਆ। 25 ਇੱਧਰੋਂ ਵਧਾ ਦਿਓ, ਕਿੰਨਾ ਹੋ ਗਿਆ 298। ਤਾਂ ਆਪਸ਼ਨ ਏ ਵੀ ਹੋ ਸਕਦੀ ਹੈ, ਬੀ ਵੀ ਹੋ ਸਕਦੀ, ਸੀ ਨਹੀਂ ਹੋ ਸਕਦਾ, ਇਹਨੂੰ ਤੁਸੀਂ ਹਟਾ ਹੀ ਦਿਓ।
डी हो सकती है। ऐदा ही जो 38 ਵਧੇਗਾ, ऐदा ही 38 तो 38 ऐड कर दो ਹੁਣ। ਪਿੱਛੇ ਇੱਕ ਆਂਦਾ 8 ਤੇ ਇੱਕ ਕਿੰਨਾ ਐਡ ਹੋ ਗਿਆ, ਇੱਕ ਪਿੱਛੇ ਬਚਦਾ ਇੱਕੋ ਹੀ ਆਪਸ਼ਨ ਹੈ ਆਹ ਵਾਲੀ, ਦੇਖ ਲਓ ਇੱਕੋ ਹੀ ਆਪਸ਼ਨ ਹੈ। ਆਪਾਂ ਜਦੋਂ ਇਹਨੂੰ ਐਡ ਹੋਏਗਾ 38 ਦੇ ਵਿੱਚ ਤਾਂ ਆਨਸਰ ਬਣੇਗਾ 3 1 1, ਤਾਂ ਪਿੱਛੇ ਇੱਕ ਆਂਦਾ ਉਹ ਇੱਕੋ ਹੀ ਆਪਸ਼ਨ ਹੈ, ਤਾਂ ਆਨਸਰ ਏ ਇਜ਼ ਦ ਰਾਈਟ ਆਨਸਰ। ਨੈਕਸਟ ਕੁਐਸਚਨ, ਕਨਵਰਜ਼ਨ ਆਫ ਸੋਲਿਡ ਇਨਟੂ ਵੇਪਰਸ ਵਿਦਆਊਟ ਪਾਸਿੰਗ ਇਨਟੂ ਦ ਲਿਕੁਇਡ ਸਟੇਟ। ਹੁਣੇ ਆਖਿਆ ਜਦੋਂ ਆਪਾਂ ਸੋਲਿਡ ਨੂੰ ਸਿੱਧਾ ਗੈਸ ਦੇ ਵਿੱਚ ਲੈ ਆਉਂਦੇ ਵਿਦਆਊਟ ਇਨ ਦ ਲਿਕੁਇਡ ਸਟੇਟ ਨੂੰ ਕਹਿੰਦੇ ਸਬਲੀਮੇਸ਼ਨ ਪ੍ਰੋਸੈਸ। ਐਗਜ਼ਾਮਪਲ ਆਈਆਂ ਸੀ ਆਇਓਡੀਨ, ਨੈਫਥਲੀਨ ਬੋਲਸ, ਅਮੋਨੀਅਮ ਹਲੋਰਾਈਡ। ਨੈਕਸਟ ਕੁਐਸਚਨ, ਇਵੈਪੋਰੇਸ਼ਨ ਆਫ ਵਾਟਰ ਇੰਕਰੀਜ਼। ਲੈ ਸਰ ਤੁਸੀਂ ਹੁਣ ਤਾਂ ਐਕਸਪਲੇਨ ਕੀਤਾ ਸੀ, ਇਵੈਪੋਰੇਸ਼ਨ ਇੰਕਰੀਜ਼ ਹੁੰਦੀ ਜੇ ਇੰਕਰੀਜ਼ ਇਨ ਟੈਂਪਰੇਚਰ, ਬਿਲਕੁਲ ਠੀਕ। ਡਿਕਰੀਜ਼ ਇਨ ਏਰੀਆ ਰੋਂਗ, ਡਿਕਰੀਜ਼ ਇਨ ਟੈਂਪਰੇਚਰ ਰੋਂਗ, ਇੰਕਰੀਜ਼ ਇਨ ਏਰੀਆ ਇੰਕਰੀਜ਼ ਇਨ ਟੈਂਪਰੇਚਰ ਬਿਲਕੁਲ ਠੀਕ। ਜੇ ਹਿਊਮਿਡਿਟੀ ਆਉਂਦਾ ਫਿਰ ਉੱਥੇ ਲਿਖਣਾ ਸੀ ਡਿਕਰੀਜ਼ ਇਨ ਹਿਊਮਿਡਿਟੀ ਵਿਲ ਲੀਡਸ ਟੂ ਇੰਕਰੀਜ਼ ਇਨ ਇਵੈਪੋਰੇਸ਼ਨ, ਹੈ ਨਾ, ਉਹ ਕੁਝ ਆਇਆ ਹੀ ਨਹੀਂ ਆਪਣੇ ਕੋਲ, ਤਾਂ ਆਪਸ਼ਨ ਸੀ ਰਾਈਟ ਆਨਸਰ ਹੈ। ਜੇ ਨਾਲ ਲਿਖਿਆ ਹੋਵੇ ਨਾ ਲੂਣ ਵਗੈਰਾ ਨਾਲ ਕੀ ਹੁੰਦਾ ਹੈ, ਨਮਕ ਦੇ ਨਾਲ ਜਿਹੜਾ ਆਈਸ ਉਹ ਛੇਤੀ ਮੈਲਟ ਹੋ ਜਾਂਦੀ ਹੈ, ਇਹ ਚੀਜ਼ ਆ ਲਿਖਿਆ ਹੁੰਦਾ ਤਾਂ ਉਹਦਾ ਯੂਜ਼ ਹੋ ਜਾਣਾ ਸੀ, ਉਹਦੇ 'ਚ ਇਵੈਪੋਰੇਸ਼ਨ ਨਹੀਂ ਹੁੰਦੀ, ਤਾਂ ਉਹ ਆਨਸਰ ਨਹੀਂ ਆਏਗਾ। ਸੀ ਇਜ਼ ਦ ਰਾਈਟ ਆਨਸਰ। ਨੈਕਸਟ ਕੁਐਸਚਨ, 300 ਹੁਣ ਦੇਖੋ ਉਲਟਾ 308 ਨੂੰ ਡਿਗਰੀ ਸੈਲਸੀਅਸ ਲੈ ਕੇ ਆਓ ਤਾਂ ਇਹਦੇ 'ਚੋਂ 273 ਮਾਈਨਸ ਹੋ ਜਾਏਗਾ। 8 'ਚੋਂ 3 ਗਿਆ 5, 30 27 ਗਿਆ 3, 35 ਡਿਗਰੀ ਵਾਲੇ ਦੋ ਆਪਸ਼ਨ ਬਣ ਗਏ। ਦੇਖੋ ਅਗਲਾ ਆਪਸ਼ਨ ਕੀ ਆ ਰਿਹਾ ਸੇਮ, ਤਾਂ ਉਹਨੂੰ ਨਿਕਾਲਣ ਦੀ ਲੋੜ ਨਹੀਂ ਹੈ, ਐਂਡ ਵਾਲਾ ਨਿਕਾਲੋ। 391 ਦੇ ਵਿੱਚੋਂ 273 ਜੇ ਮੈਂ ਨਿਕਾਲਦਾ 11 में से ये गया 8 बचेगा ना, पीछे 8 बच गया, 18 वाला आंसर, तो पीछे सी ऑप्शन इज द राइट आंसर। अद्धा आंसर निकालो, उत्ती आंसर आया ना अपना, सी राइट आंसर है। नेक्स्ट क्वेश्चन, विच ऑफ द फॉलोइंग एनर्जी इज एब्जॉर्ब ड्यूरिंग द चेंज ऑफ स्टेट ऑफ अ सबस्टांस। ਤੁਹਾਨੂੰ ਦੇਖੋ ਆ ਕੁਝ ਆਇਆ, ਕੁਝ ਨਹੀਂ ਆਇਆ ਨਾ। ਸਪੈਸੀਫਿਕ ਹੀਟ, ਹੀਟ ਕਪੈਸਿਟੀ, ਹੀਟ ਆਫ ਸੋਲੂਸ਼ਨ, ਕੁਝ ਐਕਸਪਲੇਨ ਨਹੀਂ ਕੀਤਾ ਗਿਆ। ਲੇਟੈਂਟ ਹੀਟ ਆਈ ਸੀ ਆਪਣੇ ਕੋਲ, ਤਾਂ ਜੋ ਆਂਦਾ ਬਸ ਉਹਨੂੰ ਚੱਕ ਕੇ ਚੁੱਪ ਕਰਕੇ ਟਿਕ ਲਾ ਦਿਓ, ਠੀਕ ਹੈ। ਮਤਲਬ ਕਿ ਇਹ ਐਨਰਜੀ ਕਿੰਨੀ ਲੱਗਦੀ ਹੈ, ਐਨਰਜੀ ਕਿੰਨੀ ਐਬਜ਼ੋਰਬ ਹੋਏਗੀ ਇੱਕ ਜਦੋਂ 1 ਡਿਗਰੀ ਸੈਲਸੀਅਸ ਟੈਂਪਰੇਚਰ ਹੀਟ ਦੇ ਨਾਲ ਇੰਕਰੀਜ਼ ਹੁੰਦਾ ਕਿਸੇ ਦਾ, ਤਾਂ ਉਹਨੂੰ ਆਪਾਂ ਕੀ ਕਹਿੰਦੇ ਹਾਂ, ਲੇਟੈਂਟ ਹੀਟ। ਨੈਕਸਟ ਕੁਐਸਚਨ, ਵਿਚ ਆਫ ਦ ਫੋਲੋਇੰਗ ਰਿਸਪੋਂਸੀਬਲ ਫॉर ਚੇਂਜ ਆਫ ਸੋਲਿਡ CO2। ਕੋਈ ਬੱਚੇ ਹੋਏਗਾ ਤਾਂ ਪਲੀਜ਼ ਇਹਦਾ ਰਿਪਲਾਈ ਜ਼ਰੂਰ ਦਿਆ ਜੇ, ਸੋਲਿਡ CO2 ਦਾ ਮਤਲਬ ਕੀ ਹੁੰਦਾ ਹੈ। ਇਹਨੂੰ ਆਪਾਂ ਪੰਜਾਬੀ 'ਚ ਕਹਿ ਲਈਏ ਜਾਂ ਹਿੰਦੀ 'ਚ, ਪੰਜਾਬੀ ਦਾ ਮੈਨੂੰ ਪਤਾ ਨਹੀਂ ਯਾਰ ਅਸਲ 'ਚ ਕੀ ਹੁੰਦਾ ਹੈ। ਇਹ ਹੁੰਦੀ ਹੈ ਆਪਣੀ ਫਟਕੜੀ ਜਿਹੜੀ ਹੁੰਦੀ ਹੈ, ਜਿਹੜੇ ਆਪਾਂ ਯੂਜ਼ ਕਰਦੇ ਹਾਂ, ਫਟਕੜੀ। ਕਿੱਥੇ ਗਿਆ, ਆ ਰਿਹਾ ਅੱਗੇ ਆ ਗਏ ਵਾਲੇ ਹੈ ਨਾ, ਕਿੱਥੇ ਗਿਆ ਕੁਐਸਚਨ ਹੀ ਤੁਹਾਡਾ ਗੁੰਮ ਗਿਆ ਯਾਰ। ਫਟਕੜੀ ਵਾਲਾ ਕੁਐਸਚਨ ਕਿੱਥੇ ਗਿਆ, ਆ ਰਿਹਾ। ਚਲੋ ਠੀਕ ਹੈ, ਜਦੋਂ ਇਹਦੇ 'ਚ ਕੀ ਹੁੰਦਾ ਸੋਲਿਡ CO2, ਮਤਲਬ ਇਹ ਵੀ ਸਬਲੀਮੇਸ਼ਨ ਦੀ ਐਗਜ਼ਾਮਪਲ ਹੈ। ਤਾਂ ਕੀ ਚੀਜ਼ ਹੋਏਗੀ ਇਹਦੇ ਵਿੱਚ, ਦੇਖੋ ਟੈਂਪਰੇਚਰ ਇੰਕਰੀਜ਼ ਹੋਏਗਾ ਨਾ, ਮੈਂ ਤੁਹਾਨੂੰ ਹੁਣੇ ਕਿਹਾ ਇੱਧਰ ਨੂੰ ਆਵਾਂਗੇ ਤਾਂ ਕੀ ਇੰਕਰੀਜ਼ ਕਰਦਾ ਟੈਂਪਰੇਚਰ, ਤਾਂ ਇੰਕਰੀਜ਼ ਇਨ ਟੈਂਪਰੇਚਰ, ਅਤੇ ਇਹਦਾ ਉਲਟਾ ਕੀ ਹੁੰਦਾ ਡਿਕਰੀਜ਼ ਇਨ ਪ੍ਰੈਸ਼ਰ, ਇਹ ਹਮੇਸ਼ਾ ਓਪੋਜ਼ਿਟ ਹੋਣਗੇ। ਤਾਂ ਸੈਕਿੰਡ ਐਂਡ ਥਰਡ ਸੀ ਆਪਸ਼ਨ ਇਜ਼ ਦਾ ਰਾਈਟ ਆਨਸਰ, ਸੀ ਇਜ਼ ਦਾ ਰਾਈਟ ਆਨਸਰ। ਸੋਲਿਡ ਕਾਰਬਨ ਡਾਈਆਕਸਾਈਡ ਜਦੋਂ ਏਅਰ ਦੇ ਵਿੱਚ ਰੱਖਦੇ ਆ ਤਾਂ ਉੱਡ ਜਾਂਦੀ, ਉਹ ਉਹਦੀ ਸਬਲੀਮੇਸ਼ਨ ਹੋ ਜਾਂਦੀ ਹੈ। ਤਾਂ ਸੋਲਿਡ ਟੂ ਸਿੱਧਾ ਗੈਸ ਵਿੱਚ ਆਉਣਾ ਹੈ ਤਾਂ ਟੈਂਪਰੇਚਰ ਇੰਕਰੀਜ਼ ਹੋਏਗਾ ਨਾ, ਉਹਦੀ ਹੋਏਗਾ। ਤਾਂ ਇੰਕਰੀਜ਼ ਇਨ ਟੈਂਪਰੇਚਰ ਮਤਲਬ ਉਹਦਾ ਆਪੋਜ਼ਿਟ ਡਿਕਰੀਜ਼ ਇਨ ਪ੍ਰੈਸ਼ਰ। ਡਿਊਰਿੰਗ ਰੈਸਪੀਰੇਸ਼ਨ ਗਲੂਕੋਜ਼ ਅਤੇ ਆਕਸੀਜਨ ਆਪਣੇ ਅੰਦਰ ਜਾਂਦੇ ਨੇ ਅਤੇ ਕਾਰਬਨ ਡਾਈਆਕਸਾਈਡ ਵਗੈਰਾ ਬਾਹਰ ਨਿਕਲਦਾ ਬਾਏ ਦਾ ਪ੍ਰੋਸੈਸ ਆਫ ਡੈਸ਼। ਤਾਂ ਸਿੰਪਲ ਜਿਹਾ ਰੈਸਪੀਰੇਸ਼ਨ ਅਕਰ ਬਾਏ ਦਾ ਪ੍ਰੋਸੈਸ ਆਫ ਡਿਫਿਊਜ਼ਨ। ਸੋ ਸਟੂਡੈਂਟਸ ਇਹ ਸੀ ਆਪਣਾ ਅੱਜ ਦਾ ਲੈਕਚਰ। ਆਪਣਾ ਜਿਹੜੀ ਸੈਕਿੰਡ ਬੁੱਕ ਸ਼ੁਰੂ ਕੀਤੀ ਹੈ ਦੈਟ ਇਜ਼ ਕੈਮਿਸਟਰੀ, ਉਹਦਾ ਅੱਜ ਪਹਿਲਾ ਲੈਕਚਰ ਸੀ ਅਤੇ ਉਹਦਾ ਪਹਿਲਾ ਅੱਜ ਜਿਹੜਾ ਟੋਪਿਕ ਸੀ ਉਹ ਸੀ ਸਟੇਟਸ ਆਫ ਮੈਟਰ, ਉਹ ਕੰਪਲੀਟ ਹੋ ਗਿਆ। ਅਗਲਾ ਟੋਪਿਕ ਆਪਾਂ ਰੱਖਾਂਗੇ ਇਜ਼ ਮੈਟਰ ਅਰਾਊਂਡ ਅਸ ਪਿਓਰ, ਕਿ ਆਪਣੇ ਆਸੇ ਪਾਸੇ ਜਿਹੜਾ ਮੈਟਰ ਅੱਛਾ ਹੈ, ਤਾਂ ਉਹਦੇ 'ਤੇ ਆਪਣਾ ਅਗਲਾ ਲੈਕਚਰ ਹੋਊਗਾ। ਤਾਂ ਸਟੂਡੈਂਟ ਪਿਛਲਾ ਲੈਕਚਰ ਦਾ ਰਿਸਪੌਂਸ ਕੁਛ ਮੈਨੂੰ ਵਧੀਆ ਨਹੀਂ ਲੱਗਿਆ, ਪਹਿਲਾ ਲੈਕਚਰ ਤਾਂ ਅੱਛਾ ਲੱਗਿਆ ਸੀ, ਬਟ ਪਲੀਜ਼ ਤੁਹਾਨੂੰ ਰਿਕੁਐਸਟ ਹੈ ਜੇ ਤੁਹਾਡੀ ਇੱਛਾ ਹੈ ਕਿ ਐਵੇਂ ਲੈਕਚਰ ਆਉਂਦੇ ਰਹਿਣ, ਵੇਖੋ ਤੁਹਾਡੇ ਲੈਕਚਰ ਸਿਰਫ ਤੁਸੀਂ ਸੁਣਨਾ ਹੈ, ਹਾਫ ਐਨ ਆਵਰ ਦਾ ਲੈਕਚਰ ਹੁੰਦਾ ਲਗਭਗ,
ਜੇ ਤੁਹਾਨੂੰ ਕੋਲ ਇੰਨਾ ਤੁਹਾਡੇ ਕੋਲ ਨਹੀਂ ਹੋ ਰਿਹਾ ਤਾਂ ਇਹ ਗੱਲ ਠੀਕ ਨਹੀਂ ਹੈ। ਫਿਰ ਇਹ ਜਿਹੜੇ ਜਿੰਨੇ ਵੀ ਮੈਂ ਲੈ ਕੇ ਆ ਰਿਹਾ MCQs ਇਹ LM ਦੀ ਬੁੱਕ ਤੋਂ ਲੈ ਕੇ ਆ ਰਿਹਾ, ਅਤੇ ਪਿਛਲੇ ਸਾਲ ਸਾਰਾ ਪੇਪਰ LM ਦੀ ਬੁੱਕ ਤੋਂ ਆਇਆ। ਤਾਂ ਹੋਪ ਹੈ ਜੇ LM ਦੀ ਬੁੱਕ ਆ ਗਈ, ਜਿਹੜੇ ਬੱਚੇ ਨੇ ਸਾਰੇ ਲੈਕਚਰ ਵੇਖੇ ਹੋਣਗੇ ਅੱਛੇ ਨਾਲ, ਉਹਦੇ 20 ਚੋਂ 18 ਕੁਐਸਚਨ ਤਾਂ ਹੱਸ ਕੇ ਰਾਈਟ ਹੋ ਜਾਣਗੇ। ਬਾਈ ਚਾਂਸ ਇੱਕ ਦੋ ਮਿਸਟੇਕ ਵੀ ਹੋ ਜੀ ਤਾਂ 18 ਕੁਐਸਚਨ ਤੁਹਾਡੇ ਹੱਸ ਕੇ ਬਣਗੇ, ਜੇ ਇਸ ਬੁੱਕ 'ਚੋਂ ਹੀ ਆ ਗਿਆ ਪੇਪਰ। ਤਾਂ ਪਿਛਲੇ ਸਾਲ ਸਾਰਾ ਪੇਪਰ ਇਹਨਾਂ ਬੁੱਕਸ 'ਚੋਂ ਆਇਆ। ਤਾਂ ਪਲੀਜ਼ ਮੇਰੀ ਰਿਕੁਐਸਟ ਹੈ ਵੱਧ ਤੋਂ ਵੱਧ ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰੋ, ਅਤੇ YouTube ਚੈਨਲ ਨੂੰ ਮੇਰੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਆਪਾਂ ਮਿਲਦੇ ਹਾਂ ਅਗਲੇ ਲੈਕਚਰ ਵਿੱਚ। ਥੈਂਕ ਯੂ ਸੋ ਮਚ, ਟਾਟਾ, ਸੀ ਯੂ, ਬਾਏ ਬਾਏ।